expert of the day, Dr. Gurmeet Singh ji, dear staff members, ਤੇ ਪਿਆਰੇ ਵਿਦਿਆਰਥੀਓ, ਜਿੱਦਾਂ ਕਿ ਆਪਾਂ ਨੂੰ ਸਭ ਨੂੰ ਪਤਾ ਜੋ ਇਹ ਆਪਣਾ ਪ੍ਰੋਗਰਾਮ ਫॉर ਸਕਿੱਲ ਇਨਹਾਂਸਮੈਂਟ ਐਂਡ ਪ੍ਰੀ ਪ੍ਰੈਕਟਿਸ ਜੋ ਚੱਲ ਰਿਹਾ ਆਪਣੇ ਕੋਲ ਅਗਸਤ 3 ਤੋਂ ਅਗਸਤ 11 ਤੱਕ 8 ਦਿਨ ਦਾ ਇਹ ਪ੍ਰੋਗਰਾਮ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਆਪਾਂ ਤੁਹਾਨੂੰ ਲੈਸਨ ਪਲਾਨਸ ਵਗੈਰਾ ਬਣਾਉਣੇ ਸਿਖਾ ਰਹੇ ਹਾਂ ਔਰ ਕੁਝ ਸਿਖਾ ਚੁੱਕੇ ਹਾਂ। ਇਸ ਲੜੀ ਦੇ ਵਿੱਚ ਅੱਜ ਸਾਡੇ ਵਿਚਕਾਰ ਮੌਜੂਦ ਨੇ ਡਾਕਟਰ ਗੁਰਮੀਤ ਸਿੰਘ ਜੀ। ਮੈਂ ਇਹਨਾਂ ਨੂੰ ਸਾਡੇ ਆਪਣੇ ਡਾਕਟਰ ਗੁਰਮੀਤ ਸਿੰਘ ਜੀ ਤਾਂ ਕਹਾਂਗਾ, ਤਾਂ ਕਹਿਣਾ ਕਿਉਂਕਿ 1995-96 ਬੈਚ ਦੇ ਵਿਦਿਆਰਥੀ ਨੇ ਆਪਣੇ ਇਹ 1995-96 ਦੇ ਵਿੱਚ ਇਹ ਵੀ ਤੁਹਾਡੇ ਵਾਂਗ ਇੱਥੇ ਬੈਠਦੇ ਸੀ ਔਰ 1996-97 ਦੇ ਵਿੱਚ ਇਹਨਾਂ ਨੇ ਐਮਐਡ ਕੀਤੀ। 2000 ਤੋਂ ਲੈ ਕੇ ਸਨ 2000 ਤੋਂ ਲੈ ਕੇ 2003 ਤੱਕ ਇਹਨਾਂ ਨੇ ਬਤੌਰ ਪ੍ਰੋਫੈਸਰ ਵਜੋਂ ਇੱਥੇ ਸੇਵਾਵਾਂ ਨਿਭਾਈਆਂ। ਮਤਲਬ ਇਹ ਇੱਥੇ ਪਿਊਪਲ ਟੀਚਰ ਵੀ ਰਹੇ, ਟੀਚਰ ਐਜੂਕੇਟਰ ਵੀ ਬਣੇ, ਸਾਰਾ ਕੁਝ ਮੈਂ ਕਹੂੰਗਾ ਜਿਹੜਾ ਟੀਚਿੰਗ ਦੀ ਗੱਲ ਸਿੱਖੀ ਇਸ ਕਾਲਜ ਤੋਂ। ਔਰ ਅੱਜ ਕੱਲ੍ਹ ਡਾਕਟਰ ਗੁਰਮੀਤ ਸਿੰਘ ਜੀ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਦੇ ਵਿੱਚ ਐਸੋਸੀਏਟ ਪ੍ਰੋਫੈਸਰ ਦੇ ਤੌਰ ਤੇ ਭੂਮਿਕਾ ਨਿਭਾ ਰਹੇ ਨੇ ਔਰ ਯੂਨੀਵਰਸਿਟੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਦਾ ਬਹੁਤ ਨਾਮ ਆ। ਬੋਰਡ ਆਫ ਸਟੱਡੀ ਦੇ ਲਗਾਤਾਰ 2 ਵਾਰ ਮੈਂਬਰ ਬਣੇ ਨੇ ਇਹ। ਔਰ ਉਹਦੇ ਨਾਲ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਆ ਕਿ ਜਦੋਂ ਆਪਣੇ ਵਿਦਿਆਰਥੀ ਕੁਝ ਕਰਦੇ ਨੇ, ਤਰੱਕੀ ਕਰਦੇ ਨੇ ਤੇ ਇੰਝ ਲੱਗਦਾ ਜਿੱਦਾਂ ਉਹ ਆਪਣੇ ਘਰ ਵਾਪਸ ਆਏ ਨੇ। ਜਿੱਦਾਂ ਕੁੜੀਆਂ ਆਪਣੇ ਪੇਕੇ ਮਿਲਣ ਆਉਂਦੀਆਂ ਤੇ ਮੈਨੂੰ ਇਹੀ ਮਹਿਸੂਸ ਹੁੰਦਾ ਕਿ ਜਿੱਦਾਂ ਡਾਕਟਰ ਗੁਰਮੀਤ ਸਿੰਘ ਜੀ, ਕਿਉਂਕਿ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਇੱਥੇ, ਮੈਂ 2003-04 ਦੇ ਵਿੱਚ ਜਦੋਂ ਬੀਐਡ ਕੀਤੀ ਤੇ ਡਾਕਟਰ ਸਾਹਿਬ ਉਦੋਂ ਇੱਥੇ ਪ੍ਰੋਫੈਸਰ ਸੀ, 4-5 ਦੇ ਵਿੱਚ ਐਮਐਡ ਕੀਤੀ, ਉਸ ਟਾਈਮ ਸ਼ਾਇਦ ਚਲੇ ਗਏ ਸੀ ਹਨਾ। ਜਦੋਂ ਅਸੀਂ ਆਪਣੀਆਂ ਗੇਮਸ ਵਗੈਰਾ ਲੈ ਕੇ ਆਏ ਸੀ, ਹਾਕੀ ਦੀ ਟੀਮ ਲੈ ਕੇ ਆਏ ਸੀ ਤਾਂ ਤੁਸੀਂ ਉਦੋਂ ਇੱਥੇ ਸੀ ਔਰ ਗਰਾਊਂਡ ਦੇ ਵਿੱਚ ਮਿਲੇ ਸੀ। ਤਾਂ ਕਰਕੇ ਲੱਗਦਾ ਕਿ ਮੇਰੇ ਤੋਂ ਪਹਿਲਾਂ ਦੇ ਡਾਕਟਰ ਸਾਹਿਬ ਇਸ ਕਾਲਜ ਦੇ ਨਾਲ ਜੁੜੇ ਹੋਏ ਨੇ ਔਰ ਸਾਡੀ ਕੋਸ਼ਿਸ਼ ਵੀ ਇਹੀ ਹੁੰਦੀ ਆ ਕਿ ਜੇ ਵੱਡੇ ਵਿਦਿਆਰਥੀ ਛੋਟੇ ਵਿਦਿਆਰਥੀਆਂ ਨੂੰ ਕੁਝ ਸਿਖਾਉਣ ਤਾਂ ਜਿੱਦਾਂ ਕੱਲ ਤੁਸੀਂ ਸਿੱਖਿਆ ਸੀ ਡਾਕਟਰ ਵਿਕਾਸ ਤੇ ਜੀ ਤੋਂ, ਤਾਂ ਮੈਨੂੰ ਲੱਗਦਾ ਇਹ ਵੀ ਉਹਨਾਂ ਤੋਂ ਜਰਾ ਘੱਟ ਨਹੀਂ ਹੋਏਗਾ। ਕਿਉਂਕਿ ਜਦੋਂ ਤੁਸੀਂ ਸਕੂਲਾਂ ਦੇ ਵਿੱਚ ਜਾ ਕੇ ਲੈਸਨ ਪਲੈਨਿੰਗ ਦੀ ਗੱਲ ਕਰਨੀ ਔਰ ਜਿਹੜੀਆਂ ਗੱਲਾਂ ਤੁਹਾਨੂੰ ਤੁਹਾਡੇ ਸੀਨੀਅਰਸ ਨੇ ਤੁਹਾਡੇ ਦਿਮਾਗ 'ਚ ਪਾਈਆਂ ਹੁੰਦੀਆਂ ਉਹ ਤੁਹਾਨੂੰ ਯਾਦ ਰਹਿੰਦੀਆਂ ਨੇ ਕਿ ਡਾਕਟਰ ਸਾਹਿਬ ਨੇ ਆਹ ਗੱਲ ਇਸ ਤਰ੍ਹਾਂ ਸਿਖਾਈ ਸੀ। ਬੇਸ਼ੱਕ ਤੁਹਾਡੇ ਸਬਜੈਕਟ ਟੀਚਰਸ ਤੁਹਾਨੂੰ ਅਲੱਗ-ਅਲੱਗ ਢੰਗ ਨਾਲ ਦੱਸਣਗੇ, ਸਾਇੰਸ ਵਾਲਿਆਂ ਦਾ ਕੋਈ ਹੋਰ ਫਾਰਮੈਟ ਹੋ ਸਕਦਾ, ਪੋਇਟਰੀ ਦਾ ਪੰਜਾਬੀ ਦੇ ਵਿੱਚ ਕੋਈ ਹੋਰ ਢੰਗ ਹੋ ਸਕਦਾ ਲਿਖਣ ਦਾ, ਪਰ ਜੋ ਬੇਸਿਕ ਥੀਮ ਹੈਗਾ ਉਹ ਡਾਕਟਰ ਸਾਹਿਬ ਅੱਜ ਤੁਹਾਨੂੰ ਸਮਝਾਉਣਗੇ। ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਡਾਕਟਰ ਗੁਰਮੀਤ ਸਿੰਘ ਜੀ ਨੂੰ ਗੁਜ਼ਾਰਿਸ਼ ਕਰਦਾ, ਸਰ ਜੀ ਆਇਆਂ ਨੂੰ ਤੁਸੀਂ ਸਾਡੇ ਵਿਦਿਆਰਥੀਆਂ ਦੇ ਰੂਪ ਡਾਕਟਰ ਵਿਸ਼ਵਾਲ। ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਸੈਕਸ਼ਨ ਵੀ ਮੇਰਾ ਨਾਲ ਹੀ ਹੁੰਦਾ ਸੀ, ਇਹ ਸੈਕਸ਼ਨ 104 ਐਮਐਡ ਦੇ ਕਮਰੇ ਬਦਲ ਗਏ, ਉਹ ਇੱਕ ਹੀ ਹੁੰਦਾ ਸੀ, ਐਮਐਡ ਇੱਥੇ ਕੀਤੀ ਸੀ। ਆਪਣੇ ਕਾਲਜ ਦੇ ਵਿੱਚ ਆ ਕੇ ਬੜਾ ਮਾਣ ਮਹਿਸੂਸ ਹੋ ਰਿਹਾ। ਮੈਂ ਬਹੁਤ ਜ਼ਿਆਦਾ ਟੈਕਨੀਕਲ ਨਹੀਂ ਰੱਖਾਂਗਾ ਇਹਨੂੰ, ਬਹੁਤ ਜ਼ਿਆਦਾ, ਕਿਉਂਕਿ ਜਿਸ ਤਰ੍ਹਾਂ ਡਾਕਟਰ ਵਿਸ਼ਵਾਲ ਨੇ ਕਿਹਾ ਕਿ ਤੁਸੀਂ ਸਭ ਨੇ ਲੈਸਨ ਪਲਾਨਸ ਕੀਤੀਆਂ ਨੇ, ਹੁਣ ਤੁਸੀਂ ਸਿਰਫ ਵੇਟ ਕਰ ਰਹੇ ਹੈ, ਉਡੀਕ ਕਰ ਰਹੇ ਹੈ ਇਸ ਗੱਲ ਦੀ ਕਿ ਜਦੋਂ ਕਾਲਜ ਖੁੱਲ੍ਹਦੇ ਆ ਔਰ ਪੂਰਾ ਸੈਸ਼ਨ ਸ਼ੁਰੂ ਹੋ ਰਿਹਾ ਤੁਸੀਂ ਸਕੂਲ ਦੇ ਵਿੱਚ ਜਾਣਾ। ਸਭ ਕੁਝ ਤੁਸੀਂ ਕਰ ਚੁੱਕੇ। ਥੋੜੀਆਂ ਆਪਾਂ ਗੱਲਾਂ ਸਟੈਪ ਵਾਈਜ਼ ਕਰਾਂਗੇ। ਹੋ ਸਕਦਾ ਤੁਹਾਡੇ ਅਧਿਆਪਕਾਂ ਨੇ ਤੁਹਾਨੂੰ ਹੋਰ ਤਰੀਕੇ ਨਾਲ ਕਰਾਈਆਂ, ਹੁਣ ਆਪਾਂ ਉਹਨਾਂ ਸਭ ਨੂੰ ਸਹਿਮਤ ਰਹਿੰਦੇ ਹੋਏ, ਉਹਨਾਂ ਸਭ ਨਾਲ ਅਸੀਂ ਇਤਫਾਕ ਰੱਖਦੇ ਹੋਏ ਸਿਰਫ ਜਨਰਲ ਜੀ ਗੱਲ ਕਰਾਂਗੇ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਲੈਂਗੁਏਜ ਦੀ ਜਿੱਥੇ ਗੱਲ ਹੁੰਦੀ ਹੈ,
ਤੇ ਲੈਂਗੁਏਜ ਦੇ ਟੀਚਰ ਬੈਠੇ ਹੋਏ ਆ, ਇਹਨਾਂ ਨੂੰ ਬਹੁਤ ਬਿਹਤਰ ਪਤਾ ਹੈ ਕਿ ਉੱਥੇ ਇੱਕ ਲੈਸਨ ਪਲਾਨ ਨਹੀਂ ਚੱਲਦਾ। ਜਦੋਂ ਅਸੀਂ ਫਾਰਮੈਟ ਦੀ ਗੱਲ ਕਰ ਲਈਏ, ਕਵਿਤਾ ਹੈ ਜਾਂ ਹੋਰ ਗ੍ਰਾਮਰ ਦਾ ਪਾਰਟ ਹੈ, ਉਹਨਾਂ ਨੇ ਆਪਣੀ ਵੱਖਰੀ ਤਰ੍ਹਾਂ ਦੀ ਲੈਸਨ ਪਲਾਨ ਹੁੰਦੀ ਹੈ, ਉਹ ਸਭ ਤੁਹਾਨੂੰ ਕਰਵਾ ਦਿੱਤੀਆਂ ਗਈਆਂ ਹੋਣਗੀਆਂ। ਜਿਹੜੀਆਂ ਜਨਰਲ ਜੀਆਂ ਗੱਲਾਂ ਆਪਾਂ ਕਰਾਂਗੇ ਉਹ ਆਮ ਤੌਰ ਤੇ ਮੈਥਮੈਟਿਕਸ, ਸਾਇੰਸ, ਸੋਸ਼ਲ ਸਾਇੰਸਸ, ਇਹਨਾਂ ਦੇ ਵਿੱਚ ਇਹ ਜਨਰਲ ਗੱਲਾਂ ਹੁੰਦੀਆਂ। तो आप शुरुआत करिए तो सब तो पहला लेसन प्लान का उत्थे लिखा गया है। एक सवाल मन दे विच आउंदा है जदों भी आप लेसन प्लान करते हैं, वो किहड़े नुक्ते है जिन्हां नूं आपां ध्यान च रखना है। जदों एक बच्चे सुबह जदों जा रहे सी तां गल हुई सी कि कुछ बच्चे पंजाबी नहीं समझते। कोई ऐसा है बच्चा जो पंजाबी नहीं समझता? कोई गल नहीं, कोई घबराने वाली बात नहीं है। मेरी अपनी भाषा हिंदी है, मैंने संस्कृत पढ़ी हुई है, मैं हिंदी का विद्यार्थी रहा हूँ, केंद्रीय विद्यालय की प्रोडक्ट हूँ। पंजाबी में मुझे थोड़ा डर लगता है जब मैं लिखता हूँ, हिंदी में कोई डर नहीं। तो जिथे किते ना समझ आए तो तुसी हाथ खड़ा कर लेना, आप हिंदी च भी गल कर। पंजाबी आ जाती, हिंदी तो आती होगी। जहाँ ना पता लगे, कोई टेक्निकल हो जाए या इंग्लिश में कोई टेक्निकल हो जाए तो आप बता। तो किहड़े कुछ गल्लां हुंदियां जिहड़ियां असीं जदों लैसन प्लान करन बैठदे हैं तो किहड़े वो बिंदियां जिहड़ियां कोई नुक्ते है या कोई फैक्टर्स है, पॉइंट्स है जिन्हां नूं असीं ध्यान च रखना है जदों असीं लैसन प्लान करदे। कोई एक बच्चा हाथ खड़ा करके दस सकदा किहड़ियां गल्लां? हाँ जी, तुसीं बच्चे दसोगे। तुसीं बच्चे, कोई घबराउण वाली गल नहीं है, गलत हो जूगा पता। हाँ जी, तुसीं दस दो, कोई गल नहीं। सर सब तो पहला तो ऑब्जेक्टिव डिसाइडेड होना चाहिए Very good. कि ਤੁਸੀਂ ਜਿਹੜਾ ਲੈਸਨ ਪਲਾਨ ਕਰਨਾ ਉਹਦਾ ऑब्जेक्टिव ਕੀ ਹੈ। Very good. ਤੁਸੀਂ ਦੱਸਣਾ ਚਾਹੁੰਦੇ ਹੋ ਬੱਚਿਆਂ ਨੂੰ हाँ जी, ਤੇ ਪ੍ਰੋਪਰ ਐਕਸਪਲੇਨੇਸ਼ਨ ਹੋਣੀ ਚਾਹੀਦੀ ਹੈ हाँ जी, ਤੇ ਉਹ ਲੈਸਨ ਪਲਾਨ ਦਾ ਜਿਹੜਾ ਟਾਈਮ ਵੀ ਸੈਟ ਹੋਣਾ ਚਾਹੀਦਾ ਕਿ ਅਸੀਂ ਇੰਨੇ ਟਾਈਮ ਵਿੱਚ ਕਵਰ ਕਰਨਾ ਹੈ ठीक है जी, ਤੇ ਕਲੈਰਿਟੀ ਦੇਣੀ ਹੈ। ठीक है, वेरी गुड। कुछ गल्लां इन्होंने की तो कुछ एक और पॉइंट भी आप करते हैं कि गल ये अपने मन च होणगे, आपको क्लैरिटी होएगी, जिन्ने स्पष्ट होणगे उन्ना आप लैसन प्लान कर सकते हैं। खैर मैं जब कर रहा सी आज सुबह तो पहली तो ये मैं स्किप करूँगा, ये आ गई अकॉर्डिंग टू सिंगापुर मैनेजमेंट यूनिवर्सिटी 22 एक अच्छी लैसन प्लान जो असीं बनाउणी है तो किहड़े किहड़े नुक्ते देखो। पहला पॉइंट इन्होंने ऑब्जेक्टिव्स, सिर्फ लैसन प्लान ही नहीं, कोई भी काम करना जिन्हें थोड़े ऑब्जेक्टिव स्पष्ट है उन्ना थोड़ा जिहड़ा काम है दी सफलता जिहड़ी है वो ज़्यादा होगी। जदों तुसीं घरों निकलो जे ऑब्जेक्टिव ही क्लीयर नहीं, पता नहीं किधर को जाना, की काम करना है, तो तुसीं अपने गोल को अचीव नहीं कर सकते। उसी तरीके नाल ऑब्जेक्टिव आ गए। फिर उन्होंने कुछ दर्ज की सी कि एक्टिविटीज की करनी है ड्यूरिंग योर लर्निंग व्हेन यू आर इंप्लीमेंटिंग द प्लान। जदों प्लान नूं लगाओगे उहदे च की करना है, ये भी अपने दिमाग च स्पष्ट होना चाहिए। इसे दे नाल उन्होंने कहा कि एक्टिविटीज फॉर असेसमेंट टू इंश्योर स्टूडेंट्स कॉम्प्रीहेंशन। खत्म करने तो बाद देखो एब्रप्टली आप खत्म नहीं करना, जिथे एंडिंग होएगी समाप्त करना है उत्थे तुसी जाके हम लैसन प्लान किवें खत्म होंदी। मेरे याद आ रहा है भाई इत्थे बैठदे हुंदे सी कि इस तरह ही डिस्कशन चल रही थी, डिस्कशन लैसन ते संधा सर इत्थे बैठे ऑब्जर्व कर रहे हैं, उन्हां दी जानपुर स्कूल च ड्यूटी सी कि असीं इत्थे आए हुए सी, वो डिस्कस कर रहे हैं, चली जांदा लैसन। तो एक लड़की पढ़ाउंदी एक जगह ते जाके कहंदी सर मुक गया। कहंदे मुक किवें गया? मुक्या तो होगा जो तुसी रिकैपिचुलेशन और होमवर्क कर दिता, होमवर्क दे दिता तो फिर पता लगता हिंट आती है भी समाप्त हो गया इतने लैसन का। पढ़ाते पढ़ाते जिथे जाके खत्म होया ना रिकैपिचुलेशन ना होमवर्क। तो इवैल्यूएट करना और होमवर्क देना इतने खत्म हो गया। फिर इन्होंने गल्लां नूं छड्ड के आपां जे वैसे एज ए टीचर थोड़ा ध्यान रखिए तो की करना इस तो अलावा किहड़ियां गल्लां आपां नूं पता होणियां चाहिए। सब तो पहला स्टूडेंट्स एज, मैच्योरिटी लेवल एंड लिंग्विस्टिक एबिलिटी।
ਬੱਚੇ ਦੀ ਉਮਰ ਕਿੰਨੀ ਜਾਂ ਉਹਦੇ ਨਾਲ ਨਾਲ ਉਹਦਾ ਮੈਚੁਰਿਟੀ ਲੈਵਲ। ਹੁਣ ਜਿਹੜੇ ਵੀ ਸੋਸ਼ਲ ਸਾਇੰਸਿਸ ਦੇ ਵਿਦਿਆਰਥੀ ਹੈ ਉਹਨਾਂ ਨੂੰ ਪਤਾ ਹੋਏਗਾ ਕਿ ਕੁਝ ਇੱਕ ਟੌਪਿਕ ਸਾਡੇ ਸੋਸ਼ਲ ਸਾਇੰਸਿਸ ਦੇ 2 ਕਲਾਸਿਸ 'ਚ ਰਿਪੀਟ ਹੁੰਦੇ, ਜਿਵੇਂ 1857 ਦਾ ਰਿਪੋਰਟ ਉਹ 2 ਕਲਾਸਿਸ 'ਚ ਪੜ੍ਹਾਇਆ, 9ਵੀਂ 10ਵੀਂ ਦੇ ਵਿੱਚ ਵੀ ਕਿਸੇ 'ਚ ਔਰ 6ਵੀਂ 7ਵੀਂ 'ਚ ਹੋਈ ਵਿੱਚ। ਤਾਂ ਤੁਸੀਂ ਸੋਚ ਕੇ ਦੇਖੋ ਵੀ ਉਹੀ ਟੌਪਿਕ ਅਸੀਂ 6ਵੀਂ 7ਵੀਂ 'ਚ ਵੀ ਪੜਾਉਣਾ, ਸੇਮ ਟੌਪਿਕ 9ਵੀਂ 10ਵੀਂ 'ਚ ਪੜਾਉਣਾ। ਤਾਂ ਡਿਗਰੀ ਆਫ ਡਿਫਿਕਲਟੀ ਜਿਹੜਾ ਹੋਏਗਾ ਉਹ ਉਸ ਕਲਾਸ ਦੇ ਮੁਤਾਬਿਕ 6ਵੀਂ 'ਚ ਪੜਾਵਾਂਗੇ ਤਾਂ ਉਹਨਾਂ और 10 8ਵੀਂ 9ਵੀਂ 10ਵੀਂ 'ਚ ਜਾਵਾਂਗੇ ਤਾਂ ਉਸ ਦੇ। ਔਰ ਇੱਕ ਜਿਹੜੀ ਬਹੁਤ ਇੰਪੋਰਟੈਂਟ ਗੱਲ ਇਹਦੇ ਵਿੱਚ ਨਾਲ ਆਈ ਆ ਲਿੰਗੁਇਸਟਿਕ ਐਬਿਲਿਟੀ, ਬੱਚੇ ਦੀ ਭਾਸ਼ਾ। ਤੁਸੀਂ ਲੈਸਨ ਮੈਨੂੰ ਫਿਰ ਇੱਥੇ ਇੱਕ ਗੱਲ ਯਾਦ ਆ ਗਈ, ਇੱਥੇ ਲਾਸਟ ਸੈਸ਼ਨ ਸੀਗਾ ਮੇਰਾ ਜਦੋਂ ਮੈਂ ਪੜ੍ਹਾ ਰਿਹਾ ਸੀ ਇੱਥੇ, ਔਰ DAV ਕਾਲਜ ਆਫ ਐਜੂਕੇਸ਼ਨ ਅਬੋਰ ਸਕਿੱਲ ਇਨ ਟੀਚਿੰਗ ਦਾ ਕੰਪੀਟੀਸ਼ਨ ਸੀ, ਮੈਥਮੈਟਿਕਸ ਦਾ ਟੌਪਿਕ ਸੀਗਾ, ਬੱਚੇ ਨੇ ਬਹੁਤ ਅੱਛਾ ਤਿਆਰ ਕੀਤਾ, ਕੰਪੀਟ ਕਰ ਰਿਹਾ ਸੀ ਸਾਡਾ ਇਹ ਸੁਧਾਰ ਵਾਲਾ ਸਟੂਡੈਂਟ। ਉੱਥੇ ਜਾ ਕੇ ਉਹਨੇ ਪੜਾਇਆ, ਉਹ ਕਨਵੈਂਟ ਦੇ ਬੱਚੇ ਆ ਗਏ, ਬੱਚਾ ਜਿਹੜਾ ਸਾਡਾ ਅਸੀਂ ਲੈ ਕੇ ਗਏ ਸੀ ਤਿਆਰ ਕਰਕੇ ਉਹ ਪੰਜਾਬੀ ਮੀਡੀਅਮ ਸੀ, ਟ੍ਰਿਗਨੋਮੈਟਰੀ ਦਾ ਟੌਪਿਕ ਸੀ, ਉਚਾਰਨ ਕੋਣ ਨਿਮਾਣ ਕੋਣ, ਉਹ ਜਦੋਂ ਪੜਾਈ ਜਾਵੇ ਬੱਚਿਆਂ ਨੂੰ ਸਮਝ ਹੀ ਨਹੀਂ ਲੱਗਿਆ ਵੀ ਉਹ ਕੀ। ਫਿਰ ਜੱਜਸ ਨੇ ਰੋਕ ਲਿਆ, ਉਹਨਾਂ ਨੇ ਕਿਹਾ ਕਿ ਤੂੰ ਇਹਨੂੰ 15 ਮਿੰਟ ਲੈ ਇਹਦੇ ਟਰਮ ਦੀ ਨਾ ਅੰਗਰੇਜ਼ੀ ਕਰ, ਪਰ ਉਹ ਗੱਲ ਨਹੀਂ ਬਣਦੀ। ਜਦੋਂ ਤੁਸੀਂ ਪਹਿਲਾਂ ਤਿਆਰ ਕਰਕੇ ਜਾਓ ਲੈਂਗੁਏਜ ਧਿਆਨ ਚ ਰੱਖ ਕੇ ਕਿ ਬੱਚਾ ਕਿਹੜਾ ਬੋਲੇਗਾ, तो इस करके वो भी आपको ख्याल रखो। उस तो बाद अगली गल आ जाती है टाइम। वो बच्चे ने दसिया सीगा कि टाइम ਤੁਹਾਨੂੰ 30 ਮਿੰਟ ਦਾ ਪੀਰੀਅਡ ਹੈ, 35 ਮਿੰਟ ਦਾ ਹੈ, 40 ਮਿੰਟ ਦਾ ਹੈ, ਕਿੰਨਾ ਹੈ, ਉਹ ਬਹੁਤ ਧਿਆਨ ਚ ਰੱਖੋ। ਉਹਨੂੰ ਧਿਆਨ ਚ ਰੱਖ ਕੇ ਫਿਰ ਆਪਾਂ ਅੱਗੇ ਚੱਲਣਾ ਹੈ, ਕਿਉਂਕਿ ਸਾਰੀ ਪਲੈਨਿੰਗ ਕੰਟੈਂਟ ਕਿੰਨਾ ਅਸੀਂ ਟੀਚ ਕਰ ਸਕਦੇ ਹਾਂ ਉਹਦੇ ਵਿੱਚ ਜਿਹਦੇ ਨਾਲ ਨਿਆਂ ਹੋ ਸਕਦਾ ਹੈ, ਜਸਟੀਫਿਕੇਸ਼ਨ ਹੋਏਗੀ, ਉਹਨਾਂ ਹੀ। ਉਸ ਤੋਂ ਬਾਅਦ ਕਲਾਸਰੂਮ এনवायरमेंट ਇਨਫਰਾਸਟ੍ਰਕਚਰ। ਤੁਸੀਂ ਗਏ ਪੜਾਉਣ, ਆਪਣਾ ਲੈਸਨ ਪ੍ਰੋਪਰ PPT ਤੇ ਤਿਆਰ ਕਰ ਲਿਆ, ਸਭ ਕੁਝ ਕਰਕੇ ਲੈ ਗਏ, ਇੱਥੇ ਤਾਂ ਆਪਣੇ ਕੋਲੇ ਇੱਕ ਲੈਪਟਾਪ ਨਹੀਂ ਚੱਲਿਆ, ਆਪਾਂ ਦੂਸਰਾ ਚਲਾ ਲਿਆ, ਪਰ ਉੱਥੇ ਗਏ। ਐਸੇ ਵੀ ਸਕੂਲ ਹੁਣ ਤੱਕ ਖੈਰ ਪੰਜਾਬ 'ਚ ਕੋਈ ਰਿਹਾ ਨਹੀਂ, ਪਰ ਜਦੋਂ ਮੈਂ ਸਕੂਲ 'ਚ ਪੜ੍ਹਦਾ ਸੀਗਾ ਪ੍ਰਾਇਮਰੀ ਸਕੂਲ, ਇੱਥੇ ਪੜ੍ਹਨੀ ਸ਼ੁਰੂ ਕੀਤੀ ਹੈ ਤਾਂ ਨਾਲ ਬੋਰੀ ਲੈ ਕੇ ਜਾਂਦੇ ਹੁੰਦੇ ਸੀ, ਇੱਕ ਕੱਚ 'ਚ ਪੱਟੀ ਹੁੰਦੀ ਸੀ, ਇੱਕ 'ਚ ਟਾਟ ਹੁੰਦਾ ਸੀ, ਉਹ ਵਿਛਾ ਕੇ ਉੱਥੇ ਪੜ੍ਹ ਲੈਂਦੇ ਸੀਗੇ, ਫਿਰ ਉਹਨੂੰ ਗਾਚੀ ਮਾਰ ਕੇ ਸਾਫ਼ ਕਰਨਾ, ਫਿਰ ਉਹਨੂੰ ਲੈ ਕੇ ਕੁਛ ਹੁੰਦੇ ਆ। तो किसी ने सोचा ही नहीं होना कि LCD होंगे, ये PPT भी चलेगी, ये सब कुछ आ जाएगा, स्मार्ट क्लासरूम। आज भी साडे कोल ऐसे स्कूल्स हैगे जिथे ये चीज़ां नहीं, कई तो ऐसे स्कूल होंगे ब्लैक बोर्ड भी प्रॉपर फॉर्मेट च नहीं। तो जदों असीं जाना है पहला अपनी क्लासरूम देख लेनी है, इंफ्रास्ट्रक्चर देख लेना है, एक ये चीज़ होएगी। चलो सब कुछ है, फिटिंग है, पर उत्थे तुहानूं लग नहीं मिल रहा प्रॉपर। तो इस करके बच्चे किया जाता है कि पहला अपनी वो हुक भी ले जाओ, अजकल तो आउंदियां किल लगी हुंदी है, तुसीं ले जाओ दीवार च मारो, सीधी लगी हुंदी है हुक, जिथे तुसीं अपना कोई मैप टंगना, कोई चार्ट, कोई कुछ भी टंगना, वो भी पहला अपना देखना। तो देखना ये भी ध्यान च रखना पड़ेगा, तुसीं जदों जाना है स्कूल च भी किस तरह का क्लासरूम है, पहला एक विजिट कर लो, देख लो, फिर उस तरीके नाल अपनी स्किल भी है जरूरी है तो तुसीं डेवलप करनी है। कई बार ये चीज़ां अपने विच प्रॉब्लम होंदी है, कई टीचर अजे भी मतलब अजे भी अज दे दिन च भी ये नहीं पता पेन ड्राइव कित्थे है। ये हसन वाली गल नहीं, मजाक वाली गल नहीं, अजे भी टीचर हैगे जिन्हां नूं ये नहीं पता कि मैं मालवा कॉलेज गया, एक साडे टीचर है कि पेन ड्राइव लगनी कित्थे है, क्योंकि वो पिछले पासे सी। कई बार CPU के पिछले पासे है तो नहीं पता, वो देख रहे हैं तो अपनी स्किल भी देखनी, उन्हें भी देख लेना है वेदर यू आर कंफर्टेबल इन दैट और नॉट। अगर नहीं है तो अपनी कुछ डेवलप करो। ये अक्सर गल होती है कि साडा जो सिस्टम असीं तैयार कर रहे हैं ना बच्चों को, कोई आसान नहीं है। तुसीं फॉरेन कंट्री दे विच तो जाओ, दे नो एवरीथिंग, दे नो द टाइप ऑफ इंफ्रास्ट्रक्चर व्हिच इज देयर इन स्कूल, उस तरह टीचर एजुकेटर तैयार कर देंगे। पर जो असीं अपने इंडिया दे विच तैयार कर रहे हैं, हुण जिन्नियां मर्जी 2020 दी पॉलिसी आ गई, सारा कुछ करता सोच लिया एक दिन कि असीं वो इंटीग्रेटेड कोर्स चलाउणा, किहड़ा +2 दा बच्चा सोचदा मैं टीचर बनना। तो इस सिस्टम दे विच बड़ा कुछ है।
ਜਦੋਂ ਅਸੀਂ ਆਪਣੇ ਬੱਚਿਆਂ ਨੂੰ ਤਿਆਰ ਕਰਨਾ, ਅਸੀਂ 3-4 ਤਰ੍ਹਾਂ ਦੇ ਸਕੂਲ ਵਾਸਤੇ ਤਿਆਰ ਕਰਦੇ ਹਾਂ। We are preparing the student for the government job for government schools. ਉੱਥੇ ਕੀ ਹੋਏਗਾ ਉਹਦੇ ਮੁਤਾਬਕ। ਫਿਰ there are public private school, private ਦੇ ਵਿੱਚ ਤਾਂ ਬਹੁਤ ਸਾਰੇ ਵੇਰੀਏਸ਼ਨ ਹੈ। ਤੁਸੀਂ DPS ਲੈ ਲਓ ਔਰ ਆਪਣਾ ਸੈਕਰਡ ਹਾਰਟ ਲੈ ਲਓ, BCM ਲੈ ਲਓ, ਬੜੇ ਅੱਛੇ ਸਕੂਲ ਮਿਲ ਜਾਣਗੇ। ਪਰ ਉੱਥੇ ਹੀ ਇੱਕ ਪ੍ਰਾਈਵੇਟ ਸਕੂਲ ਜਿਹੜਾ ਗਲੀ ਮੁਹੱਲੇ 'ਚ ਚੱਲ ਰਿਹਾ, ਉਹ ਗਵਰਨਮੈਂਟ ਸਕੂਲ ਤੋਂ ਵੀ ਨੀਚੇ ਚੱਲ ਰਿਹਾ। तो ਅਸੀਂ बहुत सारे स्कूल वास्ते टीचर तैयार कर रहे हैं। सो अपनी स्किल डेवलप करनी, अपनी इनोवेटिंग होना भी बहुत जरूरी है। ਉਹਦੀ ਨਾਲ ਅਸੀਂ ਇੱਥੇ ਜਦੋਂ ਕਰਨੀ ਹੈ ਤਾਂ ਇਨੋਵੇਸ਼ਨ ਕੀ ਹੋ ਸਕਦੀ ਹੈ, ਇਹ ਵੀ ਕਿੱਥੇ ਕਿਹੜੀਆਂ ਚੀਜ਼ਾਂ ਦੇ ਐਗਜ਼ਾਮਪਲ ਕਿਵੇਂ ਹੋ ਸਕਦੇ ਆ, ਆਪਣੀ ਸਕਿੱਲ ਨੂੰ ਡਿਵੈਲਪ ਕਰਨਾ, ਇਹ ਚੀਜ਼ਾਂ ਵੀ ਆ ਜਾਣਗੀਆਂ। ਫਿਰ ਉਸ ਤੋਂ ਬਾਅਦ ਸਬਜੈਕਟ, ਟੌਪਿਕ ਐਂਡ ਸਬਜੈਕਟ ਮੈਟਰ। ਕਿਹੜਾ ਸਬਜੈਕਟ ਹੈ ਨਾ, ਸਬਜੈਕਟ ਟੂ ਸਬਜੈਕਟ, ਜਿਵੇਂ ਸ਼ੁਰੂ ਚ ਕਿਹਾ ਡਾਕਟਰ ਇਸ਼ਪਾਲ ਵੀ ਕਹਿ ਕੇ ਗਏ, शुरुआत ਆਪਾਂ ਕੀਤੀ ਕਿ we have different subjects. The lesson plan which we are preparing for social study is not applicable in languages. ਉੱਥੇ ਅਲੱਗ ਹੋਣਗੀਆਂ ਉਹਦੇ ਤਰੀਕੇ, ਉਹ ਲੈਂਗੁਏਜ ਤਾਂ 3-4 ਤਰ੍ਹਾਂ ਦੀ ਕਰਾ ਰਹੇ, ਤਾਂ ਉਹ ਤੁਹਾਡਾ ਸਬਜੈਕਟ ਆ ਜਾਏਗਾ। ਫਿਰ ਉਸ ਤੋਂ ਬਾਅਦ ਅਗਰ ਸਬਜੈਕਟ ਵੀ ਚਲੋ ਹੋ ਗਿਆ, ਫਿਰ ਉਸ ਤੋਂ ਬਾਅਦ ਸਬ ਟੌਪਿਕਸ ਜਾਂ ਟੌਪਿਕਸ ਕਹਿ ਦੋ, ਸਬਜੈਕਟ ਦੇ ਵਿੱਚੋਂ ਟੌਪਿਕ। ਜੋ ਤੁਸੀਂ ਮੈਥਡਸ ਆਫ ਟੀਚਿੰਗ ਕੀਤੇ ਹੋਣਗੇ, ਹਰ ਮੈਥਡ ਦੇ ਵਿੱਚ ਨੀਚੇ ਇੱਕ ਗੱਲ ਲਿਖੀ ਜਾਂਦੀ ਹੈ ਪਿੱਛੇ ਜਾ ਕੇ ਕਿ all topics cannot be taught through that method. बहुत सारे डिस्कशन है, अगर डिस्कशन करवानी है 2 ਤੇ 2 4 ही ਹੁੰਦੇ ਆ, ਉੱਥੇ ਕਾਹਦੀ डिस्कशन? ਜਿੱਥੇ ਥੋੜੀ ਜੀ ਇੱਕ ਤੋਂ ਜ਼ਿਆਦਾ ਵਿਚਾਰ ਹੋ ਸਕਦੇ ਉੱਥੇ डिस्कशन ਹੋਏਗੀ। ਜਿੱਥੇ ਪੂਰੀ ਸਹਿਮਤੀ ਹੈ ਉੱਥੇ ਕਾਹਦੀ डिस्कशन ਹੋਏਗੀ? ਸੋ डिबेटेबल टॉपिक्स, कंट्रोवर्शियल टॉपिक्स, ਉਹਨਾਂ ਤੇ डिस्कशन ਹੋਏਗੀ। तो इसी तरीके नाल और जेडे मैथड है, प्रोजेक्ट मैथड है, प्रॉब्लम मैथड है, दैट डिपेंड्स अपॉन द टॉपिक। फिर उस तो बाद सब्जेक्ट मैटर, ये भी इंपॉर्टेंट गल है कि सब्जेक्ट मैटर की तुसी ध्यान च रखना। चलो हुण आपां इन्ना सब कुछ करके शुरुआत करते हैं। पहले ओहदे ते आउंदे आ गल्लां जेहड़ियां मैं हुण कर जा रहा, ये सब ने कीतियां। पीजी रोल नंबर, ये सब नूं पता है कि आपां क्लास, ये भी पता है, सब्जेक्ट, ड्यूरेशन, डेट, ये चीज़ां ਅਸੀਂ ਲਿਖਦੇ ਹਾਂ। बहुत सारा हो जाता है पर इतना सीमित कर दो। तो ਇਹਦਾ ਇੱਕ ਗੱਲ ਦਾ ਖਿਆਲ ਰੱਖਣਾ ਕਿ when we are writing lesson plan, ਇਹ ਆਪਾਂ ਲਿਖਣਾ ਹੈ lesson plan, बट यही चीज ਜਦੋਂ ਅਸੀਂ ਸਕੂਲ 'ਚ ਜਾਣਾ ਹੈ, when we are teaching, तो same thing is written on the board। बोर्ड ਤੇ ਅਸੀਂ ਕਹਿੰਦੇ ਹੁੰਦੇ ਹਾਂ ਕਿ ਛੋਟਾ ਕਰ थोड़ा जा है, क्योंकि वो जी ये वाला पार्ट उत्थे बोर्ड पे लिखा जाना है कॉर्नर पे, दैट इज फॉर द ऑब्जर्वर, जिन्हें आके थोड़े लेसन में ऑब्जर्व करना। ये स्टूडेंट्स वास्ते, तो जिन्हें ऑब्जर्व करना है उन्हें आके देखना है, थोड़ी लेसन प्लान की कॉपी के नाल रूल नंबर मैच करना है, कॉपी वगैरह मैच करके देख के चलते। इस तो बाद आ जाता है टॉपिक। और टॉपिक में अलग करके इस करके लिखा सी कि ਜਦੋਂ ਅਸੀਂ ਸਕੂਲ 'ਚ ਜਾਂਦੇ ਹਾਂ ਤੁਹਾਨੂੰ ਦੱਸਿਆ ਗਿਆ ਹੋਊਗਾ ਕਿ ਬਾਕੀ ਸਾਰਾ ਕੁਝ ਲਿਖ ਦਿੰਦੇ ਆ, TOPIC ਟੌਪਿਕ ਜਾਂ ਉਪ ਵਿਸ਼ਾ ਲਿਖ ਕੇ ਛੱਡ ਦਿੰਦੇ ਹਾਂ। ਜਿੰਨਾ ਚਿਰ ਤੱਕ ਅਸੀਂ ਅਨਾਉਂਸਮੈਂਟ ਆਫ ਟੌਪਿਕ ਨਹੀਂ ਕਰਦੇ ਉਹਨਾਂ ਚਿਰ ਤੱਕ ਬੋਰਡ ਤੇ ਲਿਖਿਆ ਨਹੀਂ। ਲੈਸਨ ਪਲਾਨ 'ਚ ਅਸੀਂ ਇਹਨਾਂ ਦਾ ਸਭ ਨੂੰ ਕਲੀਅਰ ਹੈ, ਇਹ ਤਾਂ ਆਪਣੀ ਸਭ ਦੀ ਸੈਟ ਹੀ ਹੈ। ਫਿਰ ਇਸ ਤੋਂ ਬਾਅਦ ਜਦੋਂ ਸ਼ੁਰੂਆਤ ਕਰਾਂਗੇ ਹੁਣ ਇਹਦੇ 'ਚ ਕੁਝ ਇੱਕ ਸਟੈਪ ਹੋ ਸਕਦਾ ਹੈ ਕਿ ਵੇਰੀ ਕਰ कुछ तो टीचर्स ने थोड़ा वक्रा लिखाया होगा चाहे है, तो ਉਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ ਜੋ ਦੂਸਰੇ ਟੀਚਰ ਨੇ ਕਰਾਇਆ ਉਹ ਠੀਕ ਹੈ, ਉਹ ਹੀ ਫॉलो। तो ਇਹਦੇ ਵਿੱਚ ਜਨਰਲ ਏਡਸ, तो ਜਨਰਲ ਏਡਸ सभी सारे ਨੂੰ ਪਤਾ ਹੈ कि ਜਿਹੜੀਆਂ ਜਨਰਲ ਏਡਸ ਉਹ ਕਾਮਨ ਏਡਸ ਹੈ, ਟੀਚਿੰਗ ਏਡਸ, ਜੋ ਕਿ ਕੋਈ ਵੀ ਟੌਪਿਕ ਪੜਾਉਣਾ ਹੈ ਦੋਸ ਟੀਚਿੰਗ ਏਡਸ ਆਰ ਅਵੇਲੇਬਲ ਵਿਦ ਯੂ। ਨਾਰਮਲੀ ਬਲੈਕ ਬੋਰਡ ਵਗੈਰਾ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਆਪਣਾ ਕਲਾਸਰੂਮ ਦੇ ਵਿੱਚ ਜੋ ਕਿਸੇ ਵੀ ਟੌਪਿਕ ਉਸ ਤੋਂ ਬਾਅਦ ਆ ਜਾਂਦਾ ਹੈ specific aids। The specific aids, now these specific aids are related to your topic, ਤੁਹਾਡੇ ਉਪ ਵਿਸ਼ੇ ਨਾਲ ਸੰਬੰਧਿਤ ਹੈ। ਹੁਣ ਜਿਹੜੀ ਇਹਦੀ ਗੱਲ ਕਰਨੀ ਹੈ ਇੱਥੇ ਵੀ ਇੱਕ ਗੱਲ ਸੁਣ ਲਓ, ਥੋੜੀਆਂ ਜਿਹੀਆਂ ਗੱਲਾਂ ਨਾ ਯਾਦ ਰੱਖਣ ਵਾਲੀਆਂ। ਕਦੇ ਵੀ ਅਸੀਂ ਕੋਈ ਐਸੀ ਟੀਚਿੰਗ ਜਸਟ ਫॉर द sake of teaching aid ਨਹੀਂ ਯੂਜ਼ ਕਰਦੇ, ਇਹ ਮੇਰਾ ਵਿਚਾਰ ਹੈ। मैं जो इतने बीएड की है तो साढ़े टीचर
ਉਦੋਂ ਮਦਨ ਗੋਪਾਲ ਸਰ ਸੀਗੇ ਜੋ ਹਿਸਟਰੀ ਕਰਾਉਂਦੇ ਹੁੰਦੇ ਸੀ, ਤਾਂ ਉਹ ਅਕਸਰ ਕਹਿੰਦੇ ਹੁੰਦੇ ਸੀਗੇ ਕਿ ਅਸੀਂ ਉਹ ਚੀਜ਼ ਨਹੀਂ ਲਿਜਾ ਕੇ ਟੰਗਣੀ ਜਿਹਦੀ ਲੋੜ ਹੀ ਨਹੀਂ। With due respect to all the teachers, ਮੈਂ ਕਿਸੇ ਨੂੰ ਪੁਆਇੰਟ ਆਊਟ ਨਹੀਂ ਕਰ ਰਿਹਾ, ਮੈਂ ਆਪਣੇ ਸਿਰਫ ਟੀਚਰ ਨੇ ਜੋ ਮੈਨੂੰ ਪੜ੍ਹਾਇਆ ਸੀ ਉਹਨਾਂ ਸ਼ਬਦਾਂ ਨੂੰ ਯਾਦ ਕਰ ਰਿਹਾ। ਉਹ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਲਿਆ ਕੇ ਇੱਥੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਟੰਗ ਦਿਓ ਤੇ ਬੱਚਿਆਂ ਨੂੰ ਕਹੋ ਗੁਰੂ ਨਾਨਕ ਦੇਵ ਜੀ, ਕਿਹਨੂੰ ਦੱਸਣ ਦੀ ਲੋੜ ਹੈ ਕਿ ਗੁਰੂ ਨਾਨਕ ਦੇਵ ਜੀ ਪਤਾ ਹੀ ਹੈ ਸਭ ਨੂੰ ਵੀ ਇਹ ਗੁਰੂ ਨਾਨਕ ਦੇਵ ਜੀ। ਹਾਂਜੀ, ਤੁਸੀਂ ਉਹਨਾਂ ਦੀਆਂ ਸਿੱਖਿਆਵਾਂ ਕਰਾ ਰਹੇ ਹੋ, ਉਹਨਾਂ ਨੇ ਕਿਹਾ ਕਿਰਤ ਕਰੋ, ਤੇ ਕਰਤਾਰਪੁਰ ਚ ਹਲ ਚਲਾਉਂਦੇ ਹੋਏ ਉਹਨਾਂ ਦੀ ਤਸਵੀਰ ਦਿਖਾਈ ਤਾਂ ਉਹ ਟੀਚਿੰਗ ਨਾਲ ਰੈਲੀਵੈਂਟ ਹੈ। that should be used as it। ਜਾਂ ਹੁਣ ਇਕਨੋਮਿਕਸ ਦਾ ਇੱਕ ਟਰਮ ਹੁੰਦੀ ਹੈ ਛਿਪੀ ਬੇਰੋਜ਼ਗਾਰੀ, ਪਤਾ ਹੈ ਨਾ, ਸਭ ਨੇ ਸੁਣਿਆ ਹੋਣਾ ਛਿਪੀ ਬੇਰੋਜ਼ਗਾਰੀ। ਉਹਦੇ ਵਿੱਚ ਇਹ ਹੁੰਦਾ ਹੈ ਕਿ ਜਿਹੜਾ ਕੰਮ ਕਰ ਰਹੇ ਆ ਨਾ ਉਹਨਾਂ ਦੇ ਵਿੱਚੋਂ ਦੋ ਬੰਦਿਆਂ ਨੂੰ ਹਟਾ ਲਓ, ਕੰਮ ਤੇ ਕੋਈ ਫਰਕ ਨਹੀਂ ਪੈਂਦਾ, ਇਹਦਾ ਮਤਲਬ ਉਹ ਦੋ ਜਣੇ ਜਿਹੜੇ ਆ ਛਿਪੀ ਬੇਰੋਜ਼ਗਾਰੀ ਚ। ਤਾਂ ਉਸੇ ਤਰੀਕੇ ਨਾਲ ਅਗਰ ਤੁਹਾਡੀ ਟੀਚਿੰਗ ਏਡ ਹਟਾ ਲਈ ਜਾਏ ਔਰ ਫਿਰ ਤੁਸੀਂ ਪੜ੍ਹਾ ਦਿਓ ਤੇ ਟੀਚਿੰਗ ਤੇ ਕੋਈ ਫਰਕ ਨਹੀਂ ਪਿਆ, ਇਹਦਾ ਮਤਲਬ ਉਹ ਟੀਚਿੰਗ ਏਡ ਵਾਸ ਇਰਰੈਲੇਵੈਂਟ। ਟੀਚਿੰਗ ਏਡ ਸਿਰਫ ਅਸੀਂ ਉੱਥੇ ਔਰ ਉਸ ਤਰ੍ਹਾਂ ਦੀ ਯੂਜ਼ ਕਰਨੀ ਹੈ ਜਿਹੜੀ ਕਿ ਤੁਸੀਂ ਕਿਸੇ ਤਰੀਕੇ ਨਾਲ ਨਹੀਂ ਦੱਸ ਪਾ ਰਹੇ, ਔਰ ਤੁਹਾਡੇ ਪੜਾਉਣ ਵਾਲੇ ਵਿਸ਼ੇ ਵਸਤੂ ਨੂੰ ਸਪਸ਼ਟ ਕਰਨਾ, ਕਲੈਰੀਫਾਈ ਕਰਨਾ, ਟੀਚਿੰਗ ਨੂੰ ਇਫੈਕਟਿਵ ਬਣਾਉਣਾ, ਬੱਚੇ ਉਹਨੂੰ ਸਮਝ ਸਕਣ, ਇਸ ਕਾਬਿਲ ਬਣਾਉਣਾ। ਤਾਂ ਬਹੁਤ ਧਿਆਨ ਨਾਲ ਚੁਣਨੀ ਹੈ। ਮਾਈਕਰੋ ਟੀਚਿੰਗ ਮੈਂ ਸੁਣਿਆ ਹੋ ਗਿਆ ਤੁਹਾਡਾ, ਤਾਂ ਉਹਦੇ ਵਿੱਚ ਕੀਤਾ ਹੋਣਾ। ਟੀਚਿੰਗ ਏਡ ਵਾਲਾ ਕਨਸੈਪਟ ਵੀ ਤੁਸੀਂ ਪਹਿਲੇ 2 ਸਮੈਸਟਰਸ ਜਿਹੜੇ ਹੋਏ ਆ ਉਹਨਾਂ ਦੌਰਾਨ ਪੜ੍ਹ ਲਿਆ ਹੋਵੇਗਾ ਕਿ ਸਾਈਜ਼ ਕਿੰਨਾ ਹੋਣਾ ਚਾਹੀਦਾ, ਕਿੰਨੇ ਡਿਊਰੇਸ਼ਨ 'ਚ ਅਸੀਂ ਯੂਜ਼ ਕਰਨੀ ਹੈ, ਪਲਾਨ ਦੇ ਨਾਲ ਹੀ ਯੂਜ਼ ਕਰਨੀ ਹੈ। ਅਕਸਰ ਤੁਸੀਂ ਦੇਖੋਗੇ ਹੁਣ ਜਦੋਂ ਆ ਜਾਓਗੇ ਨਾ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ, ਪੜ੍ਹਾ ਲਿਆ, ਪੜ੍ਹਾ ਕੇ ਬਾਅਦ 'ਚ ਮਸਲਾ ਤਾਂ ਰਹਿ ਹੀ ਗਈ ਸੀ, ਬਹੁਤ ਵਾਰ ਹੁੰਦਾ, ਕਿਉਂਕਿ ਉਹ ਪਲੈਨਿੰਗ 'ਚ ਸਾਡੇ ਦਿਮਾਗ 'ਚ ਨਹੀਂ ਹੁੰਦੀ। ਪਰ ਫਿਰ ਇੱਕ ਗੱਲ ਦੱਸ ਦਿਆਂ, ਚਲਾਕੀ ਵਾਲੀ ਜੇ ਰਹਿ ਗਈ ਸੀ ਤਾਂ ਰਹਿਣ ਹੀ ਦਿਓ, ਉਹ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ, ਜੇ ਅਗਲੇ ਨੂੰ ਨਹੀਂ ਪਤਾ ਲੱਗਣਾ ਸੀ ਤੇ ਪਤਾ ਲੱਗ। ਤਾਂ ਪਲਾਨ ਕਰਦੀ ਹੈ, ਸਾਈਜ਼ ਐਡਿਕੁਏਟ, ਜਿੰਨੇ ਸਮੇਂ ਵਾਸਤੇ ਦਿਖਾਉਣੀ ਹੈ ਉਹਨਾਂ ਆਪਾਂ ਸਮਾਂ ਧਿਆਨ 'ਚ ਰੱਖਣਾ ਹੈ, ਉਹਦੇ ਮੁਤਾਬਕ ਦਿਖਾਉਣੀ ਹੈ। ਤਾਂ ਸਪੈਸੀਫਿਕ ਉਹਨੂੰ ਮੈਂਸ਼ਨ ਕਰਨਾ ਹੈ। ਕਈ ਵਾਰ ਬੱਚੇ ਕਹਿ ਦਿੰਦੇ ਉਪ ਵਿਸ਼ੇ ਨਾਲ ਸੰਬੰਧਿਤ ਚਾਰਟ, ਤਾਂ ਬੈਟਰ ਇਹ ਹੁੰਦਾ ਹੈ ਕਿ ਅਗਰ ਤੁਸੀਂ ਉਹ ਕਿਸ ਚੀਜ਼ ਨੂੰ ਦਿਖਾ ਰਿਹਾ ਉਹ ਚਾਰਟ ਲਿਖੋ, ਜਾਂ ਫਲੈਸ਼ ਕਾਰਡ ਕਿਸ ਚੀਜ਼ ਨੂੰ ਦਿਖਾ ਰਿਹਾ, ਸਪੈਸੀਫਾਈ ਕਰੋ ਉਹਦਾ ਨਾਮ। ਫਿਰ ਉਸ ਤੋਂ ਬਾਅਦ ਲਰਨਿੰਗ ਆਬਜੈਕਟਿਵਸ, ਇਹਨੂੰ ਹੁਣ 2 ਭਾਗਾਂ 'ਚ ਵੰਡ ਲੈਂਦੇ ਆ, ਕਈ ਜਗ੍ਹਾ ਤੇ ਜਨਰਲ ਏਮਸ, ਸਪੈਸੀਫਿਕ ਏਮ ਕਰ ਲੈਂਦੇ ਆ, ਜਨਰਲ ਆਬਜੈਕਟਿਵ, ਸਪੈਸੀਫਿਕ ਆਬਜੈਕਟਿਵ। ਉਹ ਇਹ ਲਰਨਿੰਗ ਆਬਜੈਕਟਿਵ ਹੈ, ਸਿੰਗਲ ਹੀ ਰੱਖਿਆ ਹੋਇਆ ਲਰਨਿੰਗ ਆਬਜੈਕਟਿਵ। ਇਹਨੂੰ ਜਦੋਂ ਤੁਸੀਂ ਲਿਖਣਾ ਹੈ ਕੋਸ਼ਿਸ਼ ਕਰੋ ਬਲੂਮਸ ਟੈਕਸੋਨਮੀ ਦੇ ਮੁਤਾਬਕ ਲਿਖਿਆ ਜਾਏ, ਜਿਵੇਂ ਨੌਲੇਜ, ਅੰਡਰਸਟੈਂਡਿੰਗ, ਐਪਲੀਕੇਸ਼ਨ, ਸਕਿੱਲ। ਨੌਲੇਜ ਕੀ ਗੱਲ ਆਉਂਦੀ ਹੈ ਨੌਲੇਜ ਦੇ ਵਿੱਚ? ਨੌਲੇਜ ਦੇ ਵਿੱਚ ਆਉਂਦਾ ਹੈ ਪਾਰਟ ਕਿ ਪਰਿਭਾਸ਼ਿਤ ਕਰ ਸਕਦੇ ਹਾਂ। ਹਾਂਜੀ, ਬੱਚੇ ਜਿਵੇਂ ਸਰ ਨੇ ਗੱਲ ਜਦੋਂ ਸਰ ਨੇ ਸ਼ੁਰੂਆਤ ਕੀਤੀ ਸੀ ਤਾਂ ਸਰ ਨੇ ਕਿਹਾ ਸੀਗਾ ਕਿ ਤੁਹਾਡੇ ਟੀਚਰਸ ਨੇ ਜਿਸ ਮੈਥਡ ਨਾਲ ਵੀ ਤੁਹਾਨੂੰ ਪੜ੍ਹਾਇਆ ਤਾਂ ਉਹ ਆਪਣੀ ਥਾਂ ਤੇ ਠੀਕ ਹੈ, ਐਦਾਂ ਨਹੀਂ ਹੈ। ਕਿਉਂਕਿ ਮੈਂ ਮੰਨ ਲਓ ਪੰਜਾਬੀ ਦੇ ਆਪ ਪੜ੍ਹਾਉਣਾ, ਸਿੱਧਵਾਂ ਖੁਦ ਗੁਰਿੰਦਰ ਸਰ ਪੜ੍ਹਾਉਂਦੇ ਆ, ਉਹਨਾਂ ਦਾ ਵੱਖਰਾ ਨਾ ਕੋਰਸ ਦਾ, ਮੇਰਾ ਵੱਖਰਾ ਨਾ ਕੋਰਸ ਹੈ। ਇੱਥੋਂ ਤੱਕ ਕਿ ਇਸ ਸਾਲ ਜੇ ਮੈਂ ਕੋਈ ਚੀਜ਼ ਪੜ੍ਹਾਈ ਸਿਖਾਈ ਹੈ, ਮੈਂ ਤੁਹਾਨੂੰ ਸਟੈਪਸ ਦੱਸੇ ਨੇ, ਉਹ ਸਾਡਾ ਅਗਲੇ ਸਾਲ ਮੈਨੂੰ ਲੱਗੇ ਕਿ ਇਹਦੇ ਚਾਹ ਇੰਪਰੂਵਮੈਂਟ ਦੀ ਜ਼ਰੂਰਤ ਹੈ। ਸੋ ਕਦੇ ਵੀ ਕਿਸੇ ਚੀਜ਼ ਦੇ ਉੱਤੇ ਪੱਥਰ ਦੇ ਲਕੀਰ ਨਾ ਮਾਰੋ ਕਿ ਆਹ ਚੀਜ਼ ਹੋਊਗੀ, ਸਰ ਨੇ ਸਾਨੂੰ ਐਵੇਂ ਦੱਸਿਆ ਬਸ ਐਵੇਂ ਹੀ ਕਰਨਾ ਹੈ। ਉਸਦੇ ਵਿੱਚ ਬਦਲਾਅ ਦੇ ਚਾਂਸ ਹੁੰਦੇ ਨੇ। ਜਿਵੇਂ ਹੁਣੇ ਸਰ ਨੇ ਦੱਸਿਆ ਕਿ ਉਪ ਵਿਸ਼ੇ ਨਾਲ ਸੰਬੰਧਿਤ ਚਾਰਟ ਲਿਖਣ ਦੀ ਬਜਾਏ ਜੇ ਅਸੀਂ ਇਹ ਲਿਖ ਦਈਏ, ਮਤਲਬ ਮੈਨੂੰ ਵੀ ਇਹ ਚੀਜ਼ ਸਿੱਖਣ ਨੂੰ ਮਿਲੀ ਹੋਣੀ ਕਿ ਹਾਂ ਅਸੀਂ ਇਹ ਚੀਜ਼ ਲਿਖ ਦਈਏ, ਮੈਂ ਤੁਹਾਨੂੰ ਇਹ ਦੱਸਿਆ ਤਾਂ ਤੁਸੀਂ ਇਹ ਚੀਜ਼ ਨੋਟ ਕਰ ਲਓ ਕਿ ਸਰ ਨੇ ਸਾਨੂੰ ਇਹ ਚੀਜ਼ ਸਮਝਾਈ, ਇਹ ਚੀਜ਼ ਬੈਟਰ ਲੱਗ ਰਹੀ ਹੈ ਇਸ ਚੀਜ਼ ਨਾਲੋਂ ਕਿ ਅਸੀਂ ਉਪ ਵਿਸ਼ੇ ਨਾਲ ਸੰਬੰਧਿਤ ਲਿਖਾਂ, ਉਹ ਚਾਰਟ ਦਰਸਾ ਕੀ ਰਿਹਾ ਹੈ, ਅਸੀਂ ਉਹ ਲਿਖ ਦਈਏ। ਇਸ ਤੋਂ ਇਲਾਵਾ ਜਿਵੇਂ ਕਈ ਚੀਜ਼ਾਂ ਤੇ ਸਪੈਸੀਫਿਕ, ਜਿਵੇਂ ਵਿਆਕਰਣ ਦੀ ਗੱਲ ਕਰ ਲਈਏ ਜਾਂ ਕੋਈ ਕਾਤਾ ਦੀ ਗੱਲ ਕਰ ਲਈਏ, ਉਹਦੇ ਵਿੱਚ ਜਿਹੜੇ 19 ਦੇ ਫਰਕ ਨੇ ਉਹਨਾਂ ਨੂੰ ਥੋੜੀ ਦੇਰ ਵਾਸਤੇ ਪੜ੍ਹਾ ਕਰ ਲਓ, ਜਿਹੜੇ ਵਿਰਾਸਤ ਦੱਸ ਰਹੇ ਨੇ। ਕਿਉਂਕਿ ਇਹਦਾ ਹਰ ਇੱਕ ਲੈਸਨ ਹੈ, ਚਾਹੇ ਐਸਐਸਟੀ ਹੈ, ਇਕਨੋਮਿਕਸ ਹੈ, ਪੰਜਾਬੀ ਹੈ, ਹਿੰਦੀ ਹੈ, ਹਰ ਇੱਕ ਦੇ ਵਿੱਚ ਸੇਮ ਹੁੰਦਾ ਹੈ। ਇਸ ਤੋਂ ਸਿੱਖੋ। ਨਾਲ ਦੀ ਨਾਲ ਜੇਕਰ ਤੁਹਾਡੇ ਆਲਰੇਡੀ ਟੀਚਰ ਨੇ, ਜਿਵੇਂ ਮੈਂ ਤੁਹਾਨੂੰ ਕੁਝ ਭਾਵੇਂ ਸਿਖਾਇਆ ਹੋਇਆ ਤਾਂ ਉਹਦੇ ਵਿੱਚ ਤੁਹਾਨੂੰ ਇੰਪਰੂਵਮੈਂਟ ਵੀ ਲੱਗਦੀ ਹੈ ਕਿ ਹਾਂ ਇਹ ਚੀਜ਼
ਸਾਡੀ ਸਮਝਾਈ ਹੋਈ ਬੈਟਰ ਫੀਲ ਹੋ ਰਹੀ ਹੈ ਤਾਂ ਤੁਸੀਂ ਨੋਟ ਡਾਊਨ ਕਰ ਲਓ, ਠੀਕ ਹੈ। ਆਪਾਂ ਇਸ ਤੋਂ ਬਾਅਦ ਡਿਸਕਸ ਕਰਾਂਗੇ ਕਿ ਅਸੀਂ ਆਲਰੇਡੀ ਜੋ ਅਸੀਂ ਡਿਸਕਸ ਕਰ ਚੁੱਕੇ ਹਾਂ ਉਹਨੂੰ ਵੀ ਅਸੀਂ ਥੋੜਾ ਬਹੁਤ ਬਦਲਾਅ ਕੁਝ ਕਰ ਸਕਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਸਰ। ਆਪਾਂ ਕੰਟੀਨਿਊ ਕਰਦੇ ਹਾਂ ਤਾਂ ਜਿਹੜੇ ਸਰ ਸੁਜੈਸ਼ਨ ਤੁਹਾਨੂੰ ਦੇ ਰਹੇ ਨੇ ਤੁਸੀਂ ਨੋਟ ਡਾਊਨ ਜ਼ਰੂਰ ਕਰ ਲਓ, ਓਕੇ। ਥੈਂਕ ਯੂ ਸਰ। याद रखना सर ने जो गल कही है बिल्कुल बहुत, क्योंकि हमेशा ही सीखने को मिलता है। पर जिन्ना ਜਦੋਂ ਤੁਸੀਂ ਪੜਾਓ ਨਾ, ਪੜਾਉਣ 'ਚ ਬੜਾ ਸਿੱਖਣ ਨੂੰ ਮਿਲਦਾ। ਇੱਕ ਵਾਰ ਤੁਸੀਂ ਕਰਾਤਾ ਇਹੀ ਟੌਪਿਕ ਦੁਬਾਰਾ ਕਰਾਓ ਤਾਂ ਉਹਦੇ ਵਿੱਚ ਕਾਫੀ ਕੁਝ ਮਿਲ ਜਾਂਦਾ। ਖੈਰ ਆਪਾਂ ਇਹਦੇ ਤੇ ਆ ਜਾਈਏ। ਜੇ ਤੁਸੀਂ ਜਨਰਲ ਔਰ ਸਪੈਸੀਫਿਕ ਵੀ ਲਿਖਿਆ ਹੋਇਆ ਤਾਂ ਉਸ ਤਰ੍ਹਾਂ ਹੀ ਲਿਖਣਾ, ਪਰ ਇਹ ਜਿਹੜੀ ਮੈਂ ਗੱਲ ਕਰ ਰਿਹਾ ਸਪੈਸੀਫਿਕ ਵਾਲੇ ਪਾਰਟ 'ਚ। ਹੁਣ ਇਹਦੇ 'ਚ ਕੀ ਹੈ, ਲਰਨਿੰਗ ਆਬਜੈਕਟਿਵਸ, ਲਰਨਿੰਗ ਆਬਜੈਕਟਿਵਸ ਦੇ ਵਿੱਚ ਨੌਲੇਜ। ਹੁਣ ਨੌਲੇਜ ਜੇ ਤੁਸੀਂ ਬਲੂਮਸ ਨੂੰ ਕਰੋ ਤਾਂ ਨੌਲੇਜ ਦੇ ਵਿੱਚ ਬੜਾ ਕੁਝ ਲੈ ਜਾਂਦਾ। ਉਹ ਈਵਨ ਅੰਡਰਸਟੈਂਡਿੰਗ ਨੂੰ ਵੀ ਨੌਲੇਜ ਦੇ ਪਾਰਟ ਦੇ ਤੌਰ ਤੇ ਰਿਵਾਈਜ਼ ਦੇ ਵਿੱਚ ਆ ਜਾਂਦੀ ਹੈ। ਤਾਂ ਕਿਸੇ ਚੀਜ਼ ਜਿਹੜਾ ਟੌਪਿਕ ਤੁਸੀਂ ਕਰਾ ਰਹੇ, ਮੈਂ ਖੈਰ ਇਸ ਤੋਂ ਬਾਅਦ ਇੱਕ ਪੂਰੀ ਜਿਹੜੀ ਉਹਦੀ ਲੈਸਨ ਪਲਾਨ ਦੀ ਇੱਕ ਉਦਾਹਰਣ ਹੈ ਉਹ ਵੀ ਦਿਖਾਊਂਗਾ ਸੋਸ਼ਲ ਸਾਇੰਸਿਸ ਦੀ। ਉਹਦੇ ਵਿੱਚ ਜ਼ਿਆਦਾ ਕਲੀਅਰ ਹੋ ਜਾਊਗਾ ਜਦੋਂ ਆਪਾਂ ਇਹਨੂੰ ਡਿਸਕਸ ਕਰਾਂਗੇ। ਤਾਂ ਜਿਹੜਾ ਉਹ ਵਿਸ਼ਾ ਤੁਸੀਂ ਸੋਚ ਲਓ ਕੋਈ ਵੀ, ਤਾਂ ਉਹਦਾ ਪਹਿਲਾ ਆਬਜੈਕਟਿਵ ਲਰਨਿੰਗ ਦਾ ਹੋਏਗਾ, ਨੌਲੇਜ ਦਾ ਹੋਏਗਾ, ਉਸ ਨੂੰ ਪਰਿਭਾਸ਼ਿਤ ਕਰਨਾ ਜਾਂ ਉਸ ਪਾਠ ਨੂੰ ਪੜ੍ਹਨ ਤੋਂ ਬਾਅਦ ਬੱਚੇ ਇਸ ਚੀਜ਼ ਦੀ ਪਰਿਭਾਸ਼ਾ ਦੇ ਸਕਣ, ਡਿਫਾਈਨ ਕਰ ਸਕਣਗੇ, ਆਪਣੇ ਸ਼ਬਦਾਂ 'ਚ ਦੱਸ ਸਕਣਗੇ। ਫਿਰ ਇਸੇ ਤਰੀਕੇ ਨਾਲ ਇਹਦੇ ਵਿੱਚ ਆ ਜਾਂਦਾ ਹੈ ਅੰਡਰਸਟੈਂਡਿੰਗ। ਹੁਣ ਜਦੋਂ ਤੁਸੀਂ ਅੰਡਰਸਟੈਂਡ ਕਰ ਜਾਂਦੇ ਆ ਤਾਂ ਅੰਡਰਸਟੈਂਡ ਕਰਕੇ ਤੁਸੀਂ ਕੰਪੇਅਰ ਕਰ ਸਕਦੇ ਆ, ਸਿਮਿਲੈਰਿਟੀ ਐਂਡ ਕੰਟਰਾਸਟ ਦੱਸ ਸਕਦੇ ਆ, ਉਦਾਹਰਣ ਵੀ ਦੇ ਸਕਦੇ ਹਾਂ। ਕਈ ਵਾਰ ਉਹਨੂੰ ਸਮਝ ਲਿਆ ਤਾਂ ਸਮਝ ਕੇ ਹੀ ਉਦਾਹਰਣ ਉਹਦੇ ਉਦਾਹਰਣ ਦੇ ਸਕੂਗੇ। ਫਿਰ ਆ ਜਾਂਦਾ ਹੈ ਐਪਲੀਕੇਸ਼ਨ। ਹੁਣ ਐਪਲੀਕੇਸ਼ਨ ਜਿਵੇਂ ਕਈ ਟੌਪਿਕ ਹੈ ਉਹਨਾਂ ਦੀ ਐਪਲੀਕੇਸ਼ਨ ਉਸੇ ਟਾਈਮ ਤੇ ਪੋਸੀਬਲ ਹੁੰਦੀ ਹੈ, ਕਈਆਂ ਦੀ ਨਹੀਂ ਪੋਸੀਬਲ ਹੁੰਦੀ। ਤਾਂ ਸਾਰੇ ਨੌਲੇਜ ਦਾ ਹਰੇਕ ਕਿਸੇ ਤੇ ਆਏਗਾ, ਅੰਡਰਸਟੈਂਡਿੰਗ ਹਰ ਜਗ੍ਹਾ ਤੇ ਆਏਗਾ, ਕਈ ਜਗ੍ਹਾ ਤੇ ਐਪਲੀਕੇਸ਼ਨ ਉਸ ਤਰ੍ਹਾਂ ਨਹੀਂ ਹੈ। ਜਿਵੇਂ ਹੁਣ ਤੁਸੀਂ ਮੈਥ ਦਾ ਕੋਈ ਟੌਪਿਕ ਕਰ, ਤੁਸੀਂ ਫਾਰਮੂਲਾ ਕਰਾ ਦਿੱਤਾ, ਸਵਾਲ ਦੂਸਰਾ ਦੇਤਾ, ਉਹਨਾਂ ਨੂੰ ਕਹੋ ਹੁਣ ਹੱਲ ਕਰੋ, ਦੈਟ ਇਜ਼ ਐਪਲੀਕੇਸ਼ਨ। ਜਾਂ ਮੈਂ ਹੁਣੇ ਜਿਹੜਾ ਲੈਸਨ ਪਲਾਨ ਮੇਰੇ ਕੋਲ ਇੱਕ ਫਾਰਮੈਟ ਹੈ ਉਹ ਮੈਂ ਜਦੋਂ ਕਰਾਉਂਗਾ ਉੱਥੇ ਐਪਲੀਕੇਸ਼ਨ ਤੁਹਾਨੂੰ ਦੱਸ ਦੂੰਗਾ ਕਿ ਇੱਥੇ ਐਪਲੀਕੇਸ਼ਨ ਵਿੱਚ ਕਿਸੇ ਨਵੀਂ ਸਿਚੁਏਸ਼ਨ ਦੇ ਵਿੱਚ ਉਸ ਗਿਆਨ ਦਾ ਪ੍ਰਯੋਗ ਕਰ ਦਿੱਤਾ, ਦੈਟ ਇਜ਼ ਐਪਲੀਕੇਸ਼ਨ। ਉਸ ਤੋਂ ਬਾਅਦ ਸਕਿੱਲ ਆਬਜੈਕਟਿਵ ਆ ਜਾਂਦਾ ਹੈ। ਸਕਿੱਲ ਅਗਰ ਕੋਈ ਡਿਵੈਲਪ ਹੋਈ, ਜਿਵੇਂ ਸੋਸ਼ਲ ਸਾਇੰਸਿਸ ਦੇ ਵਿੱਚ ਹੈ, ਤੁਸੀਂ ਮੈਪ ਭਰਨਾ ਸਿਖਾ ਦਿੱਤਾ ਤਾਂ ਮੈਪ ਰੀਡਿੰਗ ਸਕਿੱਲ, ਗ੍ਰਾਫ ਕਰਨਾ ਸਿਖਾ ਤਾਂ ਗ੍ਰਾਫ ਸਕਿੱਲ, ਗ੍ਰਾਫ ਨੂੰ ਰੀਡ ਕਰਨਾ ਉਹ ਸਕਿੱਲ, ਜਾਂ ਹੋਰ ਕਿਸੇ ਤਰ੍ਹਾਂ ਦੀ ਕੋਈ ਲੈਂਗੁਏਜ ਦੇ ਵਿੱਚ ਕੋਈ ਸਕਿੱਲ ਡਿਵੈਲਪ ਹੋਈ ਹੈ, ਉਸ ਚੀਜ਼ ਨੂੰ ਤੁਸੀਂ ਉੱਥੇ ਮੈਂਸ਼ਨ ਕਰੋਗੇ ਕਿ ਇਸ ਪਾਰਟ, ਇਸ ਵਿਸ਼ੇ ਨੂੰ ਪੜਾਉਣ ਨਾਲ ਇਹ ਸਕਿੱਲ ਵਿਕਸਿਤ ਹੋਈ। ਤਾਂ ਇਹ ਚੀਜ਼ ਆ ਗਈ। ਉਸ ਤੋਂ ਬਾਅਦ ਐਂਟਰੀ ਬਿਹੇਵੀਅਰ। ਹੁਣ ਜਿਹੜਾ ਐਂਟਰੀ ਬਿਹੇਵੀਅਰ ਹੈ ਅਲੱਗ ਟਰਮ ਲੱਗ ਰਹੀ ਹੈ, ਕਈ ਜਗ੍ਹਾ ਤੇ ਇਹਨੂੰ ਆਪਾਂ ਮੰਨਦੇ ਹਾਂ ਪ੍ਰੀਵੀਅਸ ਨੌਲੇਜ ਅਜ਼ੂਮ, ਅਨੁਮਾਨਿਤ ਪੂਰਵ ਗਿਆਨ। हिंदी पंजाबी दोनों ही किया जाता है अनुमानित पूर्व ज्ञान। तो अनुमानित पूर्व ज्ञान आमतौर पर साडे वास्ते वो होंदा है जिस ज्ञान तो बिना तुसी ये वाला टॉपिक नहीं पढ़ा सकते जिसकी तुसी लेसन करते वो मिनिमम नॉलेज है, जिस तो बिना ये नवा टॉपिक नहीं पढ़ाया जा सकता। तो असी ਉਹਨੂੰ ਕਰਾਂਗੇ। ਹੁਣ ਇੱਥੇ ਵੀ ਇੱਕ ਗੱਲ ਮੈਂ ਕਹਿ ਦਿਆਂ ਕਿ ਕਈ ਵਾਰ ਕੀ ਹੈ, ਬੱਚੇ ਅਕਸਰ ਸੋਸ਼ਲ ਸਟੱਡੀ ਦੇ ਬੱਚਿਆਂ ਨੂੰ ਮੈਂ ਕਰਾਉਣਾ ਤਾਂ ਉਹ ਕੀ ਕਰਦੇ ਆ, ਗੁਰੂ ਨਾਨਕ ਦੇਵ ਜੀ ਦਾ ਦੀਆਂ ਸਿੱਖਿਆਵਾਂ ਪੜਾਉਣੀਆਂ ਜਾਂ ਉਹਨਾਂ ਬਾਰੇ ਪੜਾਉਣਾ, ਕਹਿ ਦਿੰਦੇ ਗੁਰੂ ਨਾਨਕ ਦੇਵ ਜੀ ਬਾਰੇ ਥੋੜਾ ਬਹੁਤ ਪਤਾ ਹੈ। ਇਹ ਥੋੜਾ ਬਹੁਤ ਕੁਝ ਨਹੀਂ ਹੁੰਦਾ, ਸਪੈਸੀਫਾਈਡ ਹੁੰਦਾ ਵੀ ਆਹ ਪਤਾ ਹੈ ਆਹ ਨਹੀਂ ਪਤਾ। ਥੋੜਾ ਪਤਾ ਬਹੁਤਾ ਇੱਕ ਵੇਗ ਟਰਮ। ਹੁਣ ਕਈਆਂ ਨੂੰ ਜਿਹੜੀ ਹੈ ਕਿ ਉਹਦਾ ਆਪਣਾ ਡੈਮੋਕ੍ਰੇਸੀ ਇਨ ਮੀਡੀਆ, ਮੈਂ ਬਹੁਤ ਸਾਰੇ ਬੱਚਿਆਂ ਦਾ ਦੇਖਿਆ, ਉਹ ਕਹਿੰਦੇ ਜੀ ਉਹਦੇ ਬਾਰੇ ਥੋੜਾ ਬਹੁਤ ਗਿਆਨ, ਥੋੜਾ ਬਹੁਤ ਕੁਝ ਨਹੀਂ, ਜ਼ਿਆਦਾ ਇੰਨਾ ਹੈ ਜਾਂ ਨਹੀਂ, और वो उसी ख्याल रखते हैं। और ये भी कोई हवा च अज्यूम नहीं होता, वो इस तरह अज्यूम करते हैं कि ये मुढ़ला ज्ञान है जिसको बिना ये टॉपिक नहीं पढ़ाया जा सकता। हाँ जी, तुसी जे सिक्ख्यावां करा रहे हैं तो जन्म बारे पता सी, जे सिक्ख्यावां करा रहे हैं तो ये भी आप अज्यूम कर सकते हैं कि उस समय दी समाज दे विच व्याप्त कुरीतियां बारे पता सी, जिन्हां दे लाइट दे विच उन्हां ने वो सिक्ख्यावां दित्तियां। तो ये थोड़ा जिहा ਹੁਣ मैथ वगैरह ਦੇ ਵਿੱਚ ਤਾਂ ਬਿਲਕੁਲ ਕਲੀਅਰ, मैथ ਦਾ ਤਾਂ ਬਿਲਕੁਲ ਕਲੀਅਰ ਹੈ ਕਿ
ਅਗਰ ਤੁਸੀਂ ਏਰੀਆ ਕੱਢਣਾ ਹੈ ਤਾਂ ਐਡੀਸ਼ਨ, ਸਬਟ੍ਰੈਕਸ਼ਨ, ਮਲਟੀਪਲੀਕੇਸ਼ਨ, ਡਿਵੀਜ਼ਨ ਆਉਣੀ ਚਾਹੀਦੀ ਹੈ ਤਾਂ ਏਰੀਆ ਨਿਕਲੇਗਾ, ਨਹੀਂ ਤਾਂ ਨਹੀਂ ਨਿਕਲੇਗਾ। ਸ਼ੇਪ ਜਿਹੜੀ ਆ ਉਹਦੀ ਪਹਿਚਾਣ ਹੋਣੀ ਚਾਹੀਦੀ ਹੈ। ਪਰ ਇਹ ਕ੍ਰੀਏਟੀਵਿਟੀ ਵੀ ਹੈ, ਅੰਡਰਸਟੈਂਡਿੰਗ ਵੀ ਹੈ, ਨੌਲੇਜ ਵੀ ਹੈ ਕਿ ਬੜਾ ਧਿਆਨ ਨਾਲ ਅਸੀਂ ਅਸਿਊਮ ਕਰਨਾ ਹੈ ਕਿ ਇੰਨਾ ਗਿਆਨ ਉਹਨਾਂ ਨੂੰ ਹੈ, ਤਾਂ ਉਹ ਅਨੁਮਾਨਿਤ ਪੂਰਵ ਗਿਆਨ ਜਾਂ ਐਂਟਰੀ ਬਿਹੇਵੀਅਰ। ਉਸ ਤੋਂ ਬਾਅਦ ਪ੍ਰੀਵੀਅਸ ਨੌਲੇਜ ਟੈਸਟਿੰਗ। ਹੁਣ ਇਹ ਜਿਹੜਾ ਹੈ ਇੱਥੇ ਅਲੱਗ-ਅਲੱਗ ਵਿਚਾਰ ਹੋ ਸਕਦੇ ਆ। ਤੁਸੀਂ ਪ੍ਰੀਵੀਅਸ ਨੌਲੇਜ ਪੀਕੈਟ ਟੈਸਟਿੰਗ ਕਰਕੇ ਵੀ ਟੌਪਿਕ ਇੰਟਰੋਡਿਊਸ ਕਰ ਸਕਦੇ ਆ, ਸਿਚੁਏਸ਼ਨ ਕ੍ਰੀਏਟ ਕਰਕੇ ਵੀ ਕਰ ਸਕਦੇ ਆ, ਕਿਸੇ ਵੀ ਤਰੀਕੇ ਨਾਲ। ਇੱਕ ਟੌਪਿਕ ਨੂੰ 4 ਤਰ੍ਹਾਂ ਨਾਲ ਇੰਟਰੋਡਿਊਸ ਕਰਾ ਸਕਦੇ ਆ, ਚਾਰੇ ਸਹੀ ਹੋ ਸਕਦੇ ਆ, ਕੋਈ ਐਸੀ ਕੋਈ ਕਿੰਤੂ ਪਰੰਤੂ ਵਾਲੀ ਗੱਲ। ਇਹ ਵੀ ਤੁਹਾਡੀ ਕ੍ਰੀਏਟੀਵਿਟੀ ਤੇ, ਤੁਹਾਡੇ ਟੈਲੈਂਟ ਦੇ ਉੱਪਰ ਡਿਪੈਂਡ। ਪਰ ਕਰਨਾ ਅਸੀਂ ਉੱਥੋਂ ਹੀ ਆ ਜਿਹੜਾ ਤੁਸੀਂ ਅਸਿਊਮ ਕਰਕੇ ਚੱਲੇ ਆ ਨਾ। ਆਪਾਂ ਮੈਕਸਿਮਸ ਕੀ ਕਰਦੇ ਆ, ਨੋਨ ਟੂ ਅਨਨੋਨ, ਨੋਨ ਟੂ ਅਨਨੋਨ। ਜੋ ਅਸੀਂ ਅਸਿਊਮ ਕੀਤਾ ਉਸ ਤੋਂ ਅਸੀਂ ਅਨਨੋਨ ਲੈਵਲ ਤੱਕ ਲੈ ਗਏ। तो इस तरीके ਨਾਲ ਅਸੀਂ ਕੁਐਸਚਨ ਪੁੱਛਾਂਗੇ, ਪਹਿਲਾ, ਦੂਸਰਾ, ਤੀਸਰਾ। ਪਰ ਇਹ ਗੱਲ ਦਾ ਖਿਆਲ ਰੱਖਣਾ ਕਿ ਕੁਐਸਚਨ ਨਾ ਇਹ ਹਵਾ 'ਚ ਨਹੀਂ ਹੁੰਦੇ। ਮੈਨੂੰ ਯਾਦ ਹੈ ਇੱਥੇ ਦੀ ਹੀ ਗੱਲ ਹੈ, ਨਹੀਂ ਇੱਕ ਮਾਲਵਾ ਕਾਲਜ ਦੀ ਇੱਕ ਗੱਲ ਦੱਸ ਦਿੰਦਾ ਤੁਹਾਨੂੰ, ਤੇ ਫਿਰ ਇੱਕ ਇੱਥੇ ਦੀ ਗੱਲ ਦੱਸੂਗਾ ਸੰਗਾ ਸਰ ਦੀ। ਉਹ ਵੀ ਇੱਥੇ ਹੀ ਅਸੀਂ ਬੈਠੇ ਸੀ ਸਕਿੱਲ ਇਨ ਟੀਚਿੰਗ 'ਚ, ਸਾਡੀ ਕੋਈ ਟੀਚਿੰਗ ਪ੍ਰੈਕਟਿਸ ਤੇ, ਤਾਂ ਉਸ ਟਾਈਮ ਤੇ ਉਹ ਥੋੜਾ ਅਲੱਗ ਸੀ। ਜਿਹੜਾ ਮਾਲਵਾ ਕਾਲਜ ਦੀ ਗੱਲ ਦੱਸ ਰਿਹਾ, ਉੱਥੇ ਕਿਸੇ ਬੱਚੇ ਨੇ ਕਿਹਾ ਕਿ ਪਿੰਡ ਦਾ ਜਿਹੜਾ ਬਹੁਤ ਅਮੀਰ ਬੰਦਾ ਹੁੰਦਾ ਸੀ ਨਾ ਪੁਰਾਣੇ ਸਮੇਂ 'ਚ, ਉਹਨੂੰ ਕੀ ਕਹਿੰਦੇ ਸੀਗੇ, ਜਾਂ ਜੰਗਲ ਦੇ ਰਾਜੇ ਨੂੰ ਕੀ ਕਹਿੰਦੇ, ਉਹ ਕਹਿੰਦੇ ਸ਼ੇਰ। ਪਿੰਡ ਦਾ ਸਭ ਤੋਂ ਅਮੀਰ ਬੰਦਾ ਸ਼ਾਹ ਹੁੰਦਾ ਸੀ। ਸੂਰ ਜਿਹੜਾ ਉਹਦੇ ਦੂਸਰੇ ਜੈਂਡਰ ਨੂੰ ਸੂਰੀ ਕਹਿੰਦੇ, ਤਾਂ ਸ਼ੇਰ, ਸ਼ਾਹ, ਸੂਰੀ ਬਾਰੇ ਪਤਾ ਨਹੀਂ। ਇਹ ਕੋਈ ਲੌਜਿਕ ਹੈ? ਕੋਈ ਲੌਜਿਕ ਨਹੀਂ ਹੈ। ਆਪਾਂ ਚੁਟਕਲਾ ਬਣਾ ਲਿਆ, ਪਰ ਇਹ ਹੋਇਆ ਹਕੀਕਤ ਦੇ ਵਿੱਚ। ਟੀਚਰ ਨੂੰ ਰੋਕਣਾ ਪਿਆ ਉਸ ਸਟੂਡੈਂਟ ਨੂੰ ਪੜਾਉਂਦੇ ਹੋਏ ਕਿ ਰੋਕੋ, ਇਹਨੂੰ ਧਿਆਨ। ਇਹਦੇ ਉਹ ਟੀਚਿੰਗ ਏਡ ਦੇ ਬਾਰੇ ਸੀਗੇ, ਸੰਗਾ ਸਰ ਜਿਹੜੀ ਗੱਲ ਕਰ ਰਹੇ ਸੀਗੇ। ਮੁੰਡਾ ਬੜਾ ਕੌਨਫੀਡੈਂਟ ਹੋ ਕੇ ਆਇਆ ਪੜਾਉਣ, ਐ ਤੁਰਿਆ ਵੇ ਨਾ ਕੋਈ ਟੀਚਿੰਗ ਏਡ ਨਾ ਕੁਛ। ਪੜਾਉਂਦੇ ਨੇ, ਇੱਕ ਪਾਸੇ ਕੱਢਿਆ ਇਹ ਸ਼ੇਰ ਸੀ, ਇੱਕ ਪਾਸੇ ਕੱਢੇ ਇੱਕ ਚੂਹੀ ਸੀ। ਲਾਤਾ ਉਹ ਸਰ ਕਹਿੰਦੇ ਪੜਾ ਰਿਹਾ ਕਿ ਅੱਖਾਂ ਟੈਸਟ ਕਰ ਰਿਹਾ, ਐਡੀ ਕਿ ਚੂਹੀ ਹੈ ਕਿ ਅੱਖ ਸ਼ੇਰ। ਤਾਂ ਥੋੜਾ ਆਪਾਂ ਨੂੰ ਇਹ ਧਿਆਨ 'ਚ ਰੱਖਣਾ ਪੈਂਦਾ ਕਿ ਜਦੋਂ ਤੁਸੀਂ ਟੈਸਟਿੰਗ ਕਰਨੀ ਹੈ ਲੌਜਿਕ ਨਾਲ, ਪਹਿਲਾ ਕੁਐਸਚਨ ਉਹਦੇ ਆਨਸਰ ਤੋਂ, ਦੂਸਰਾ ਕੁਐਸਚਨ ਬਣੇਗਾ ਦੂਸਰੇ ਦੇ ਆਨਸਰ ਤੋਂ, ਤੀਸਰਾ ਬਣੇਗਾ, ਫਿਰ ਤੁਸੀਂ ਟੌਪਿਕ ਤੱਕ ਲਿੰਕ ਬਣਾ ਕੇ ਲੈ ਕੇ ਆਓਗੇ, ਜਾਂ ਤੁਸੀਂ ਸਿਚੁਏਸ਼ਨ ਕ੍ਰੀਏਟ ਕਰ ਲਓ। ਮੈਂ ਉਹ ਐਗਜ਼ਾਮਪਲ ਦੱਸੂਗਾ ਜਿਹੜਾ ਮੈਂ ਲੈਸਨ ਪਲਾਨ ਇੱਕ ਪ੍ਰੋਪਰ ਕੀਤੀ ਹੋਈ ਹੈ, ਉਹਦੇ ਵਿੱਚ ਮੈਂ ਦੱਸੂਗਾ ਵੀ ਉਹ ਹੋਰ ਕਿਸ ਤਰੀਕੇ ਨਾਲ ਕਰ ਸਕਦੇ। ਉਸ ਤੋਂ ਬਾਅਦ ਅਨਾਉਂਸਮੈਂਟ ਆਫ ਟੌਪਿਕ ਕਰ ਦਿੰਦੇ ਆ। ਜਦੋਂ ਤੁਸੀਂ ਲਿੰਕ ਬਣਾ ਲਿਆ ਔਰ ਬਿਲਕੁਲ ਸਪਸ਼ਟ ਹੋ ਗਿਆ, ਫਿਰ ਉਸ ਤੋਂ ਬਾਅਦ ਕਰਦੇ ਆ ਕਿ ਸਟੂਡੈਂਟਸ ਟੂਡੇ ਵੀ ਆਰ ਗੋਇੰਗ ਟੂ ਸਟੱਡੀ ਅਬਾਊਟ ਦਿਸ। ਔਰ ਜਿਹੜਾ ਮੈਂ ਸ਼ੁਰੂ 'ਚ ਕੀਤਾ ਸੀਗਾ ਕਿ ਤੁਸੀਂ ਬੋਰਡ ਤੇ ਉਹ ਚੀਜ਼ਾਂ ਲਿਖ ਲੈਣੀਆਂ, TOPIC ਜਾਂ ਉਪ ਵਿਸ਼ਾ ਲਿਖ ਕੇ ਛੱਡ ਦੇਣਾ। ਜਦੋਂ ਤੁਸੀਂ ਅਨਾਉਂਸਮੈਂਟ ਕਰਤੀ, ਫਿਰ ਕਲਾਸ 'ਚ ਉੱਥੇ ਉਪ ਵਿਸ਼ਾ ਲਿਖ ਦੇਣਾ। ਪਹਿਲਾਂ ਨਹੀਂ ਜਾਂਦੇ ਬੋਲਣਾ। ਇਸੇ ਕਰਕੇ ਆਪਾਂ ਅਕਸਰ ਕਹਿੰਦੇ ਆ ਕਿ ਟੀਚਿੰਗ ਏਡ ਵੀ ਜਾਂਦੇ ਹੀ ਡਿਸਪਲੇ ਨਹੀਂ ਕਰਨੀ, ਟੌਪਿਕ ਵੀ ਜਾਂਦੇ ਹੀ ਨਹੀਂ ਦੱਸਣਾ। ਕੋਸ਼ਿਸ਼ ਕਰੋ ਜਿਹੜੀ ਪ੍ਰੀਵੀਅਸ ਨੌਲੇਜ ਟੈਸਟਿੰਗ ਹੈ ਉਹਦੇ ਵਿੱਚ ਵੀ ਥੋੜੀ ਨਵਾਂਪਣ ਲਿਆਓ। ਤੁਸੀਂ ਆ ਬੱਚੇ ਆ ਨਾ ਆਪਣੇ ਸਕੂਲ ਵਾਲੇ ਇੱਥੇ ਆਉਂਦੇ ਆ, ਸਾਡੇ ਵੀ ਮਾਲਵਾ ਕਾਲਜ ਉਹੀ ਹੈ, ਆਪਣਾ ਸਕੂਲ ਹੈ, ਉਹ ਬੱਚੇ ਆਉਂਦੇ। ਹੁਣ ਉਹ ਬੱਚੇ ਜਿਹੜਾ 6ਵੀਂ 'ਚ ਐਡਮਿਸ਼ਨ ਲੈਂਦਾ ਨਾ, 9ਵੀਂ ਤੱਕ ਜਾਂਦੇ ਜਾਂਦੇ ਪੱਕ ਚੁੱਕਿਆ ਹੁੰਦਾ। ਤੁਸੀਂ ਜਿਹੜਾ ਮਰਜ਼ੀ ਕੁਐਸਚਨ ਪੁੱਛੋ, ਉਹਨੂੰ ਪਤਾ ਹੁੰਦਾ ਕਿ ਆਹ ਟੌਪਿਕ ਪੜਾਉਣਾ। ਇੱਕ ਬੱਚੇ ਨੇ ਪੜਾਉਣਾ ਸ਼ੁਰੂ ਕੀਤਾ, ਤੁਸੀਂ ਨਾਨਕੀ ਕਿਵੇਂ ਜਾਂਦੇ ਆ, ਸਕੂਲ ਆਉਣਾ ਹੁੰਦਾ ਕਿਵੇਂ ਆਉਂਦੇ ਆ। ਇੱਕ ਬੱਚੇ ਨੇ ਹੱਥ ਖੜਾ ਕਰਕੇ ਕਹਿਤਾ, ਕਹਿੰਦੇ ਮੈਡਮ ਆਵਾਜਾਈ ਦੇ ਸਾਧਨ ਕਰਾਉਂਦੇ। ਬਿਲਕੁਲ ਆਪਾਂ ਲਕੀਰ ਦੇ ਨਾਲ ਚੱਲੇ ਹੋਏ ਵੀ ਆਹ ਪੁੱਛਿਆ, ਲੱਗੀਆਂ ਰਟਾਈਆਂ ਗੱਲਾਂ, ਕੁਛ ਨਵਾਂ ਪੜ੍ਹ ਲਿਓ। ਕਿਉਂਕਿ ਅਕਸਰ ਆਪਾਂ ਕਹਿੰਦੇ ਆ ਨਾ ਕਿ ਪਤਾ ਨਹੀਂ ਲੱਗਣਾ ਚਾਹੀਦਾ। ਤੁਸੀਂ ਪੁੱਛ ਰਹੇ ਹੋ, ਪੁੱਛਦੇ ਅਚਾਨਕ ਜਦੋਂ ਅਨਾਉਂਸ ਕਰੋ ਤਾਂ ਲੱਗੇ ਵੀ ਹਾਂ ਵਾਕਈ ਨਵੀਂ ਚੀਜ਼ ਹੋਈ ਹੈ, ਇਹਨਾਂ ਦੇ ਵਿੱਚੋਂ ਇਹ ਚੀਜ਼ ਵੀ ਨਿਕਲ ਸਕਦੀ ਹੈ। तो अनाउंसमेंट ऑफ टॉपिक तो बाद प्रेजेंटेशन आ जाती है। ਇਹਦੇ ਬਾਰੇ ਅਸੀਂ ਲਿਖ ਦਿੰਦੇ ਹਾਂ ਨਾਰਮਲੀ ਵੀ ਪੈਰਾਗ੍ਰਾਫ 'ਚ। ਤੁਸੀਂ ਜਿਵੇਂ ਵੀ ਟੀਚਰਸ ਨੇ ਤੁਹਾਨੂੰ ਦੱਸਿਆ ਵੀ ਇਹ ਪਾਠ ਕਿਵੇਂ ਬੱਚਿਆਂ ਦੇ ਸਹਿਯੋਗ ਨਾਲ ਪਾਠ ਦਾ ਵਿਕਾਸ ਕੀਤਾ ਜਾਏਗਾ, ਜਾਂ ਜੋ ਵੀ ਤੁਸੀਂ ਇੱਥੇ ਲਿਖਣਾ ਚਾਹੁੰਦੇ ਹੋ ਆ ਜਾਂਦਾ ਹੈ। ਉਸ ਤੋਂ ਬਾਅਦ ਇੱਥੇ ਕਾਲਮ ਬਹੁਤ ਹੈ, ਅਲੱਗ-ਅਲੱਗ ਤਰ੍ਹਾਂ ਦੇ ਹੈ। ਮੈਂ 4 ਹੀ ਬਣਾਏ ਆ, 6, 7, 8 ਤੱਕ ਹੈਗੇ ਆ। ਉਹ ਬਿਹੇਵੀਅਰਿਸਟਿਕ ਅਪਰੋਚ ਹੈ, ਕੰਸਟਰਕਟਿਵਿਸਟ ਅਪਰੋਚ ਹੈ, ਆਪਣੀ ਅਪਰੋਚ ਹੈ। ਜਿਹੜੇ ਟੀਚਰਸ ਤੁਹਾਡੇ ਇੱਥੇ ਕਰਾਏ ਗਏ ਆ, ਜਿੰਨੇ ਕਾਲਮ ਤੁਹਾਡੇ ਟੀਚਰਸ ਨੇ ਕਰਾਏ ਆ, ਉਹਨਾਂ ਤੇ ਸਟਿਕ ਕਰਨਾ ਹੈ, ਉਹਨਾਂ ਨੂੰ ਉੱਥੇ ਲਿਖਣਾ ਹੈ। ਹਾਂਜੀ, ਚਲੋ ਹੁਣ ਜਿਹੜਾ ਸਬਜੈਕਟ ਮੈਟਰ ਹੈ, ਜਿਵੇਂ ਆਪਾਂ ਕਿਹਾ ਸੀਗਾ ਸਬਜੈਕਟ ਮੈਟਰ ਆਪਾਂ ਕਿਵੇਂ ਡਿਸਾਈਡ ਕਰਾਂਗੇ।
ਆਪਾਂ ਸ਼ੁਰੂ 'ਚ ਹੀ ਕੀਤਾ ਸੀਗਾ, ਬੱਚੇ ਨੇ ਦੱਸਿਆ ਸੀ, ਆਪਾਂ ਪੁੱਛਿਆ ਸਮਾਂ ਦੇਖਾਂਗੇ ਕਿੰਨੇ ਮਿੰਟ ਦਾ ਪੀਰੀਅਡ, ਪੂਰਾ ਲੈਸਨ ਨਹੀਂ ਹੋ ਸਕਦਾ ਤਾਂ ਉਹਨੂੰ ਅਸੀਂ ਸਬ ਟੌਪਿਕ ਚੋਂ ਟੌਪਿਕ ਕੱਢ ਲਓ, ਠੀਕ ਹੈ, ਉਹਨੂੰ ਲਿਖ ਲਿਆ। ਹੁਣ ਇੱਥੇ ਇੱਕ ਹੋਰ ਗੱਲ ਆਉਂਦੀ ਹੈ, ਸਬਜੈਕਟ ਮੈਟਰ ਤੁਸੀਂ ਲਿਖ ਲਿਆ, ਲਿਖਿਆ ਉਹਨਾਂ ਦੀ ਕਿਤਾਬ ਚੋਂ, ਪਰ ਉੱਥੇ ਆਪਣਾ ਥੋੜਾ ਜਿਹਾ ਦਿਮਾਗ ਲਓ। ਇੱਕ ਸਵਾਲ ਹੈ ਮੇਰਾ ਨਾਰਮਲ ਇੱਕ ਕਲਾਸ ਵਾਲਾ, ਸੌਰਮੰਡਲ ਦੇ ਕਿੰਨੇ ਗ੍ਰਹਿ ਹੈ? ਕਿਸੇ ਨੂੰ ਪਤਾ? ਹੱਥ ਖੜਾ ਕਰੋਗੇ? ਹਾਂਜੀ, ਵੈਰੀ ਗੁੱਡ, ਐਕਸਪੈਕਟਡ ਆਨਸਰ 80 ਹੈ, 9 ਨਹੀਂ ਹੈ। ਜੇ ਕਿਸੇ ਕਿਤਾਬ 'ਚ 9 ਲਿਖਿਆ ਹੋਇਆ ਹੈ, ਪੁਰਾਣੀ ਕਿਤਾਬ ਹੈ, ਤਾਂ ਤੁਸੀਂ ਸਹੀ ਕਰਨਾ ਵੀ 8, ਠੀਕ ਹੈ। ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਕੀ? ਹੱਥ ਖੜਾ ਕਰੋ। ਹਾਂਜੀ, ਇਹ ਗਲਤ ਹੈ। ਹੁਣ ਦੱਸੂਗਾ ਕੋਈ? ਮਹਿਤਾ ਕਲਿਆਣ ਚੰਦ ਉਹਨਾਂ ਦੇ ਨਾਮ, ਕਲਿਆਣ ਦਾਸ ਕਿਤੇ ਲਿਖਿਆ ਗਿਆ, ਮਹਿਤਾ ਕਲਿਆਣ ਚੰਦ ਲਿਖਿਆ ਗਿਆ। ਸ਼੍ਰੋਮਣੀ ਕਮੇਟੀ ਨੇ ਵੀ ਉਹੀ ਗਲਤੀ ਕੀਤੀ ਹੈ, ਗੁਰਦੁਆਰਿਆਂ 'ਚ ਕਰਿਆ ਜਾ ਰਿਹਾ, ਕਰਿਆ ਜਾਵੇ, ਕੋਈ ਗੱਲ ਨਹੀਂ, ਪਰ ਜਦੋਂ ਅਸੀਂ ਪੜਾਉਣਾ ਐਜ਼ ਏ ਟੀਚਰ ਆਪਾਂ ਸਹੀ ਦੱਸਣਾ। ਨਾਮ ਵਿਗੜੇ ਰੂਪ 'ਚ ਆਇਆ, ਮਹਿਤਾ ਕਾਲੂ ਹੀ ਸਾਨੂੰ ਬਚਪਨ ਤੋਂ ਦੱਸਿਆ, ਸ਼੍ਰੋਮਣੀ ਕਮੇਟੀ ਨੇ ਲਿਖਾ ਕੇ ਛਪਾ ਕੇ ਉੱਤੇ ਲਾਏ, ਉਹਦੇ ਵਿੱਚ ਵੀ ਇਹੀ ਲਿਖਿਆ। ਰਿਸਰਚ ਕੀ ਕਹਿੰਦੀ ਹੈ? ਕੱਤੇ ਦੀ ਪੁੰਨਿਆ ਨੂੰ ਜਨਮ ਨਹੀਂ ਹੋਇਆ। ਅਸੀਂ ਰਿਸਰਚ ਤੇ ਚੱਲਾਂਗੇ, ਜਦੋਂ ਅਸੀਂ ਪੜਾਵਾਂਗੇ ਅਸੀਂ ਰਿਸਰਚ ਤੇ ਚੱਲਾਂਗੇ। ਨਾਮ ਪਿਤਾ ਦਾ ਉਹ ਸਹੀ ਕਰਕੇ ਲਿਖ ਲੈਣਾ ਹੈ। ਜੇ ਕਿਤੇ ਵੀ, ਚਲੋ ਇਹਨੂੰ ਛੱਡ ਦਿਓ, ਕੋਈ ਵੀ ਕਿਤੇ ਅੰਕੜੇ ਪੁਰਾਣੇ ਹੁੰਦੇ, ਤੁਹਾਡੇ ਕੋਲੇ ਅੱਜ ਨਵੇਂ ਅੰਕੜੇ ਆ ਗਏ, ਤਾਂ ਤੁਸੀਂ ਉਹ ਨਵੇਂ ਅੰਕੜੇ ਕਰ ਦਿਓ। ਕਿਤੇ ਪ੍ਰਿੰਟਿੰਗ ਐਰਰ ਹੈ, ਕੋਈ ਗਲਤੀ ਹੈ, ਉਹ ਤੁਸੀਂ ਠੀਕ ਕਰ ਦਿਓ। तो सब्जेक्ट मैटर ਆਪਾਂ ਲਿਖ ਲਿਆ ਸਾਰਾ। ਉਸ ਤੋਂ ਬਾਅਦ ਟੀਚਰ ਐਕਟੀਵਿਟੀ ਆ ਗਈ, तो एक एक पैराग्राफ ਅਸੀਂ ਪੜ੍ਹਨਾ, ਉਹਦੇ ਸਾਹਮਣੇ ਉਹਦੀ ਪਲੈਨਿੰਗ ਆਏਗੀ ਕਿ ਐਜ਼ ਅ ਟੀਚਰ ਵਾਟ ਯੂ ਆਰ ਗੋਇੰਗ ਟੂ ਡੂ। ਹੁਣ ਇੱਥੇ ਜੋ ਮਰਜ਼ੀ ਕਰ ਲਓ, ਪਰ ਮੈਂ ਅਕਸਰ ਬੱਚਿਆਂ ਨੂੰ ਇਹੀ ਕਹਿੰਦਾ ਹੁੰਦਾ ਵੀ ਤੁਸੀਂ ਨਾ ਇਹ ਪੈਰਾਗ੍ਰਾਫ ਪੜ੍ਹ ਲਓ, ਅੱਖ ਬੰਦ ਕਰਕੇ 1 ਮਿੰਟ ਸੋਚੋ ਵੀ 6ਵੀਂ 7ਵੀਂ 8ਵੀਂ ਜਿਹੜੀ ਵੀ ਕਲਾਸ ਹੈ, ਉਸ ਕਲਾਸ ਦਾ ਬੱਚਾ ਹੈ, ਇਹ ਪੈਰਾਗ੍ਰਾਫ ਮੈਂ ਉਹਨੂੰ ਪੜਾਉਣਾ ਹੈ, ਕਿਵੇਂ ਬਿਹਤਰ ਸਮਝਾ ਸਕਦਾ। कोई उदाहरण दे सकते हैं या वैसे ही शब्दां च एक्सप्लेन करना या कोई टीचिंग एड यूज होगी, वो आप उत्थे इट विल बी एक्सप्लेन्ड विद द हेल्प ऑफ एग्जांपल, इट विल बी एक्सप्लेन्ड विद द हेल्प ऑफ टीचिंग एड, जो भी है वो। उस तो बाद स्टूडेंट एक्टिविटी। हुण देखो, जदों तुसीं टीचर एक्टिविटी प्लान कर ली, स्टूडेंट एक्टिविटी कोई औखे काम नहीं है, जो टीचर करेगा ਉਹਦਾ एंटीसिपेटरी रिस्पॉन्स स्टूडेंट। अगर टीचर एक्सप्लेन कर रहा है, स्टूडेंट विल लिसन टू द टीचर। टीचर सवाल पूछ रहा है तो स्टूडेंट विल ट्राई टू आंसर। टीचर कुछ बोर्ड पे लिख रहा है, स्टूडेंट विल नोट इट डाउन। टीचर कोई एक्टिविटी करा रहा है तो स्टूडेंट विल परफॉर्म दैट एक्टिविटी। जिवें तुसीं सोशल साइंसिस दे विच मैप दी काम करवा लिया, मैप बच्चों को देते, उन्होंने क्या पढ़ो, तो दे विल फिल द मैप। जिहड़ी एक्टिविटी कराओगे उसके रिस्पॉन्स दे विच हो जाएगा। और उस तो बाद टीचिंग एड वाला प्रॉब्लम कई बार अलग बन जाता है, तो मैं मर्ज कर देते हैं, तो टीचिंग एड जिथे यूज होएगी उत्थे आपां उहनूं पेस्ट कर लेना, जिथे नहीं होएगी। पर एक गल का ख्याल रखना, मैं इत्थे भी कई बार बच्चों की ना छोटी जी गल देखी है कि जिहड़ी इत्थे पिक्चर पेस्ट करते हो आपां छोटे फॉर्म च ले आते हैं, छोटा कर, और जिहड़ी तुसीं उत्थे यूज करनी है वो वड्डी। मैं अक्सर बच्चों को देखा बुक शॉप्स से ना वही छोटे जे चार्ट मिल जाते हैं, उन्होंने ही कटते हैं तो वही फ्लैश कार्ड से ला के ले आते हैं, फिर बहुत छोटा साइज ले आते हैं। तो देखना होगा कि अगर वो सही साइज है कि नहीं, उन्होंने सामने रखो और खुद पीछे खड़े होकर देखो कि तुसी उन्होंने पढ़ सकते हैं, समझ आ रहा है, दिख रहा है कि नहीं दिख रहा। अगर दिख रहा है तो इत्थे आपां जिथे जिथे यूज होएगी उत्थे पेस्ट करनी है। और ब्लैक बोर्ड राइटिंग ਉਹਦੇ ਨਾਲ प्लान है। ਹੁਣ ਜਿਹੜੀ ब्लैक बोर्ड राइटिंग ਦੀ ਗੱਲ है, ਇਹ ਵੀ ਤੁਸੀਂ ਖਿਆਲ ਰੱਖਣਾ है कि ਜਿਵੇਂ ਜਿਵੇਂ ਵੱਡਾ ਬੱਚਾ हायर क्लासेस ਦੇ ਵਿੱਚ ਹੋ ਜਾਂਦਾ ਹੈ, ਆਪਾਂ ਕੁਝ ਵੀ ਬੋਰਡ ਤੇ ਕਿਸ ਤਰ੍ਹਾਂ ਲਿਖਦੀ ਹੈ ਉਹ ਸਮਝ ਕੇ ਨੋਟ ਕਰ ਲਓ। ਪਰ ਜਦੋਂ ਬੱਚਾ ਛੋਟਾ ਹੈ, 6ਵੀਂ ਦਾ ਹੈ, 7ਵੀਂ ਦਾ ਹੈ, 8ਵੀਂ ਦਾ ਛੋਟਾ ਹੈ ਬੱਚਾ, ਤਾਂ ਉੱਥੇ ਮੀਨਿੰਗਫੁਲ ਸੈਂਟੈਂਸ ਦੇਣਾ ਜ਼ਰੂਰੀ ਹੈ। ਜਿਵੇਂ ਆਪਾਂ 1469 ਲਿਖੀ, ਬੱਚਾ ਲਿਖੇ 1469 ਕੀ ਲਿਖਿਆ ਨਹੀਂ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਤਾਂ ਬੱਚੇ ਨੂੰ ਨਹੀਂ ਪਤਾ ਲੱਗਣਾ। ਉਹ 2 ਮਿੰਟ ਯਾਦ ਰਿਹਾ, 15 ਮਿੰਟ 10 ਮਿੰਟ ਤੋਂ ਬਾਅਦ ਜਦੋਂ ਲੈ ਗਿਆ ਉਹ ਪਤਾ ਹੀ ਨਹੀਂ ਰਹਿਣਾ ਮੈਂ ਕੋਰਿਲੇਟ ਨਹੀਂ ਕਰ ਸਕਦਾ। ਇਸ ਕਰਕੇ ਔਰ ਇਹ ਵੀ ਖਿਆਲ ਰੱਖਣਾ, ਕਈ ਵਾਰ ਬੱਚੇ ਇਹ ਕੀ ਕਰਦੇ, ਜਿਹੜਾ ਸਬਜੈਕਟ ਮੈਟਰ ਲਿਖਿਆ ਗਿਆ ਉਹ ਪੂਰਾ ਦਾ ਪੂਰਾ ਬੋਰਡ ਤੇ ਲਿਖ ਦਿੰਦੇ, ਉਹਦਾ ਵੀ ਕੋਈ ਫਾਇਦਾ ਨਹੀਂ। ਬੋਰਡ ਤੇ ਸਿਰਫ ਆਪਾਂ ਉਹਨਾਂ ਪਾਰਟ ਲਿਖਣਾ ਹੈ ਜੋ ਤੁਸੀਂ ਚਾਹੁੰਦੇ ਆ ਕਿ ਬੱਚੇ ਆਪਣੇ ਕੋਲੇ ਰਿਟੇਨ ਕਰਨ,
ਹੁਣ ਜਿਵੇਂ ਲੈਂਗੁਏਜ ਵਾਲੇ ਆ ਤਾਂ ਲੈਂਗੁਏਜ ਦੇ ਵਿੱਚ ਨਵੇਂ ਸ਼ਬਦ ਅਗਰ ਆ ਗਏ ਉਹਨਾਂ ਦਾ ਸ਼ਬਦ ਅਰਥ ਲਿਖਾਇਆ ਗਿਆ, ਸਮਾਨ ਅਰਥੀ ਸ਼ਬਦ ਲਿਖਾਏ ਗਏ ਆ, ਕੋਈ ਐਸੀਆਂ ਗੱਲਾਂ ਜਿਹੜੀਆਂ ਆਪਾਂ ਨੋਟ ਕਰਾਂਗੇ ਉਹ ਨੋਟ ਕਰ ਲੈਣ ਬੱਚੇ। ਉਹ ਚੀਜ਼ ਆਪਾਂ ਬੋਰਡ ਤੇ ਲਿਖਣੀ ਹੈ ਔਰ ਬੱਚੇ ਉਹਨੂੰ ਨੋਟ ਕਰਨ। ਔਰ ਪਲੈਨਿੰਗ ਬਿਲਕੁਲ ਇਸ ਤਰ੍ਹਾਂ ਚੱਲਣੀ ਹੈ, ਪੈਰਲਲ। ਇੱਕ ਪੈਰਾਗ੍ਰਾਫ ਸਬਜੈਕਟ ਮੈਟਰ ਦਾ ਹੋ ਗਿਆ, ਟੀਚਰ ਐਕਟੀਵਿਟੀ, स्टूडेंट एक्टिविटी और तो इस तरीके का। और पूरी जो लेसन हो जाता है, अगर बहुत बड़ा लेसन है तो सैक्शन रिकैलकुलेशन भी आ जाती है। अगर लेसन बहुत ज़्यादा बड़ा नहीं है, ठीक है, तो नॉर्मली असी ਉਹਦੇ ਤੇ रिकैलकुलेशन करेंगे। हाँ जी, रिकैलकुलेशन तो जिन्ना साडा पढ़ाया गया ਉਹਦਾ ਹੋ ਜਾਏਗਾ। ਹੁਣ ਇੱਥੇ ਇੱਕ ਗੱਲ ਦਾ ਹੋਰ ਖਿਆਲ ਰੱਖਣਾ कि ਤੁਸੀਂ ਜਿਹੜੇ ਆਬਜੈਕਟਿਵ ਲਿਖੇ ਸੀਗੇ ਐਂਟਰੀ ਬਿਹੇਵੀਅਰ, ਜਿਹੜੇ ਉਹ ਲਰਨਿੰਗ ਆਬਜੈਕਟਿਵ ਸੀਗੇ, ਉਹ ਇੱਥੇ ਟੈਸਟ ਹੋਣੇ ਚਾਹੀਦੇ। ਜੇ ਤੁਸੀਂ ਲਿਖਿਆ ਸੀਗਾ ਕਿ ਇਸ ਪਾਠ ਨੂੰ ਪੜ੍ਹਨ ਤੋਂ ਬਾਅਦ ਬੱਚਾ ਇਸ ਚੀਜ਼ ਨੂੰ ਪਰਿਭਾਸ਼ਿਤ ਕਰ ਸਕੇਗਾ, ਤਾਂ ਪੁੱਛ ਲਓ ਉਹਦੇ ਬਾਰੇ ਕੀ ਪਰਿਭਾਸ਼ਾ, ਜਾਂ ਕੰਪੇਅਰ ਕਰ ਸਕੇਗਾ, ਜਾਂ ਉਦਾਹਰਣ ਦੇ ਸਕੇਗਾ, ਜਾਂ ਐਪਲੀਕੇਸ਼ਨ ਦੀ ਕੋਈ ਗੱਲ ਹੈ ਤਾਂ ਉਹਦਾ ਸਵਾਲ ਦੇ ਕੇ ਦੇਖ ਲਓ। तो उस तो बाद ये दो गल्ला, इस तो बाद है होमवर्क एस्केप करके दूसरा एस्केप पे उन्हीं वाली एक बात समझ होता है रह जाना, पर फिर भी आप गल करते हो। वर्ल्ड टाइम और डेट लाइन डेट के ऊपर टॉपिक है, 9th क्लास का टॉपिक है। एक सैंपल है, ये थोड़िया गल्लां हो सकती। जिस तरह हम पहला इतने चॉकबोर्ड, डस्टर, पिक्चर्स वगैरह ये आ गई। उस तो बाद ओवरहेड प्रोजेक्टर है, ट्रांसपेरेंसीज है, लॉन्गिट्यूड, लैटिट्यूड, मैप, वर्ल्ड मैप और ग्लोब है। ये स्पेसिफिक टीचिंग एड। ਹੁਣ ਇੱਥੇ ਮੈਂ ਥੋੜੀ ਜਿਹੀ ਗੱਲ ਕਰਦੇ ਹਾਂ। ਡਾਕਟਰ ਸ਼ਪਾਲ ਦੱਸ ਰਹੇ ਸੀਗੇ ਕਿ ਤੁਹਾਡਾ ਉਹ ਵਾਲਾ ਲੈਸਨ ਜਿਹੜਾ ਹੈ ਨਾ ਆਪਣਾ ਇਹ ਇੱਥੇ ਹੋਣਾ ਹੈ ਸੋਚਾ। ਹਾਂਜੀ, ਡਾਕਟਰ ਸ਼ਪਾਲ ਦੱਸ ਰਹੇ ਸੀਗੇ ਕਿ ਤੁਹਾਡਾ ਆਈਸੀਟੀ ਬੇਸਡ ਲੈਸਨ होना है। आईसीटी बेस्ड लैसन प्लान की होंगी है, वो कोई टीचर अलग कराउणगे, थोड़ा होएगा। बट मैं इत्थे एक गल दस दिया कि जिहड़ियां टीचिंग एड वाली पोर्शन है, इत्थे तुसीं पीपीटी बेस्ड कर लो तो इट बिकम्स आईसीटी बेस्ड लैसन। ज़्यादा डिटेल्स जिहड़े टीचर नूं अगे कराउणगे वो दस देंगे। और जिहड़ा आईसीटी आ गया ना, ਉਹਦੇ ਨਾਲ ਇੱਕ ਗੱਲ ਦਾ ਖਿਆਲ ਕਰਨਾ ਕਿ ਹੁਣ ਬੜਾ ਆਸਾਨ ਹੋ ਗਿਆ। ਜਦੋਂ ਅਸੀਂ ਬੀਐਡ ਕੀਤੀ 95-96 ਦੇ ਵਿੱਚ, ਉਦੋਂ ਬਹੁਤ ਸਾਰੇ ਪ੍ਰੋਜੈਕਟ ਹੁੰਦੇ ਸੀਗੇ, ਓਪੇਕ ਪ੍ਰੋਜੈਕਟਰ, ਸਲਾਈਡ ਪ੍ਰੋਜੈਕਟਰ, ਬਹੁਤ ਸਾਰੇ ਸੀ। ਉਹਦੇ ਚੋਂ ਮੈਕਸਿਮਮ ਮਰਜ ਹੋ ਕੇ ਹੁਣ ਇਹਦੇ ਵਿੱਚ ਆ ਗਿਆ। ਤੁਸੀਂ ਮੈਪ ਦਿਖਾਉਣਾ ਇਹਦੀ ਸਲਾਈਡ ਤੇ ਦਿਖਾ ਦਿਓ, ਗ੍ਰਾਫ ਦਿਖਾਉਣਾ ਇਹਦੀ ਸਲਾਈਡ ਤੇ, ਈਵਨ ਐਨੀਮੇਸ਼ਨ, ਵੀਡੀਓ, ਆਡੀਓ ਸਭ ਇਹਦੇ ਵਿੱਚ ਮਰਜ ਹੋ ਗਿਆ। ਸਿਰਫ ਜਿਹੜੀਆਂ 3 ਡਾਇਮੈਂਸ਼ਨਲ ਆਪਾਂ ਮਾਡਲ ਵਗੈਰਾ ਦਿਖਾਉਣੇ ਹੁੰਦੇ ਆ, ਰੀਅਲ ਆਬਜੈਕਟਸ, ਉਹ ਅਸੀਂ ਅਲੱਗ ਕਰਦੇ, ਜ਼ਿਆਦਾਤਰ ਇਹਦੇ ਵਿੱਚ ਆ ਗਏ। तो हम ये लर्निंग ऑब्जेक्टिव देखो, नॉलेज दे विच है कि विल बी एबल टू डिफाइन व्हाट टाइम एंड डेट। दे विल बी एबल टू डिफाइन व्हाट टाइम एंड डेट आफ्टर कंप्लीशन ऑफ दिस लेसन। ਜਦੋਂ ਇਹ ਪੜ੍ਹ ਲੈਣਗੇ ਉਸ ਤੋਂ ਬਾਅਦ ਉਹ ਵਰਲਡ ਟਾਈਮ ਔਰ ਡੇਟ ਬਾਰੇ ਦੱਸ ਸਕਣਗੇ। ਤਾਂ ਜਿਹੜਾ ਟੌਪਿਕ ਤੁਸੀਂ ਪੜਾਉਣਾ ਉਹਦੇ ਬਾਰੇ ਤੁਸੀਂ ਉਹਦੇ ਮੁਤਾਬਕ ਦੇ ਸਕਦੇ। ਅਗਲਾ ਇਹਦੇ ਵਿੱਚ ਹੈ ਕਿ ਅੰਡਰਸਟੈਂਡਿੰਗ, ਕੰਪੇਅਰ ਦ ਟਾਈਮ ਆਫ ਡਿਫਰੈਂਟ ਕੰਟਰੀਜ਼। अलग-अलग देश, जिवें आपां कहिए कि पाकिस्तान ते भारत दे समय दा कितना फर्क है, भारत ते श्रीलंका दे समय दे विच की संबंध है, तो कंपेयर कर सकते हैं। इस तरीके नाल स्किल है, लोकेट डिफरेंट लॉन्गिट्यूड रिलेटेड टू टाइम एंड डेट ऑन वर्ल्ड मैप एंड ग्लोब। वर्ल्ड मैप और ग्लोब के ऊपर अलग-अलग रेखावां जिहड़ियां हैं, वर्ल्ड टाइम और वर्ल्ड डेट, डेट लाइन और टाइम लाइन। पता है कुछ किसी को की होती है वर्ल्ड टाइम?
टाइम लाइन इज 0 डिग्री और डेट लाइन इज 180 डिग्री, 0 डिग्री एंड 180 डिग्री। तो एप्लीकेशन दे विल बी एबल टू कैलकुलेट द टाइम, मतलब किसी भी देश का लॉन्गिट्यूड जिस दे आधार ते उस देश ने अपने टाइम फिक्स किया है, उस आधार ते वो कैलकुलेट कर सकेगा कि इंग्लैंड दे विच GMT, जिन्हों GMT वो कॉलेज नहीं, GMT ग्रीनविच मीन टाइम, तो ग्रीनविच मीन टाइम 0 डिग्री, कॉमनवेल्थ हो रहे हैं ना इंग्लैंड दे विच, तो उत्थों जाती है 0 डिग्री, तो उन्होंने असीं मानते हैं ਉਹਦੇ आधार ते पूरब वाल नूं और पश्चिम वाल नूं जाइए तो किवें कैलकुलेट करांगे कि समा कितना वो कर सकते। ਹੁਣ ਇਹਦੇ ਦੀ ਐਂਟਰੀ ਬਿਹੇਵੀਅਰ ਕੀ ਹੈ ਕਿ ਦੇਖੋ ਜਿੰਨਾ ਚਿਰ ਤੱਕ ਲੌਂਗੀਟਿਊਡ ਲੈਟੀਟਿਊਡ ਮੈਪ ਔਰ ਗਲੋਬ ਦਾ ਨਹੀਂ ਪਤਾ ਇਹ ਕਨਸੈਪਟ ਨਹੀਂ ਹੋ ਸਕਦਾ। तो ਅਸੀਂ ਮੰਨ ਕੇ ਚੱਲਾਂਗੇ ਕਿ ਉਹਨਾਂ ਨੂੰ ਲੰਬਕਾਰ ਵਿੱਥਕਾਰ हिंदी में बता देता हूँ अक्षांश और देशांतर, अक्षांश और देशांतर का पता है, लंबकार वृत्तकार लॉन्गिट्यूड लैटिट्यूड और मैप की पहचान रखते हैं, ग्लोब को पहचान सकते हैं, तो उन्ना ज्ञान है तो ये कर सकते हैं, तो ये मान के चलोगे। फिर उस तो बाद देखो इतने प्रीवियस नॉलेज टेस्टिंग के आ गया कि पॉइंटिंग टूवर्ड्स द ट्रांसपेरेंसी ऑफ लैटिट्यूड, इस बारे वृत्तकार को दिखाते हुए पूछेगा कि ये की, इसी तरीके नाल लंबकार बारे पूछ लांगे कि ये की। अगला सवाल हो जाएगा कि जिहड़ा लंबकार है उसका समा निर्धारण दे विच की योगदान है, या उसके आधार ते किवें असीं समा निर्धारण, तो हुण मैं इत्थे थोड़ी जी गल अलग करूंगा। मैं कहा सीगा कि आपां एक लैसन नूं एक तो ज़्यादा तरीके नाल कर सकते, ਇਹਦਾ ਇੱਕ ਹੋਰ ਤਰੀਕਾ ਹੋ ਸਕਦਾ। ਹੁਣ ਕਾਮਨਵੈਲਥ ਦੀ ਗੱਲ ਚੱਲੀ 12 ਵਜੇ ਸ਼ੁਰੂ ਹੁੰਦੀ ਹੈ ਨਾ ਗੇਮ, ਲਾਈਵ ਦੇਖਿਆ 12 ਵਜੇ ਤਕਰੀਬਨ ਸ਼ੁਰੂ ਹੁੰਦੀ, ਰਾਤ ਨੂੰ 12 ਵਜੇ ਚੱਲਦੀ, ਆਪਣੇ ਨਾਲ ਸਮਾਂ ਮੈਚ ਨਹੀਂ ਕਰਦਾ, ਸਵੇਰੇ 7-8 ਵਜੇ ਸ਼ੁਰੂ ਹੋਣੀ ਚਾਹੀਦੀ ਹੈ। ਇਹਦਾ ਮਤਲਬ ਉਸ ਤੇ ਸਾਡੇ ਸਮੇਂ ਦੇ ਵਿੱਚ ਕੋਈ ਪ੍ਰੋਬਲਮ ਹੈ। तो एक किसी ने कराया सीगा यही ਜਦੋਂ कराया ਉਹਨਾਂ ਆਪਣੀ ਘੜੀ ਉਤਾਰ ਕੇ ਚਲਿਆ ਗਿਆ, क्लास से जाके उन्हें पूछ लिया कि टाइम क्यों है, बच्चे ने अपना देख के दसता, वो कहते भी जी थोड़े कोले भी घड़ी ना होंगी, मोबाइल भी ना होंगे, घड़ी ना होंगी तो समा पा के, या सोचो भी जो ये चीज़ां नहीं सी तो समा क्यों। बच्चे ने जवाब दिता कि सूरज की असीं एक छोटी खड़ी करके जिथे परछावां पैंदा है ਉਹਦੇ ਨਾਲ ਸਮਾਂ ਨਿਰਧਾਰਿਤ ਕਰਦੇ, बड़ी वधिया गल है, वैरी गुड। बट ਇਹਦੇ ਨਾਲ ਇੱਕ ਵੱਡੀ ਸਮੱਸਿਆ ਖੜੀ ਹੋ ਗਈ ਕਿ ਭਾਰਤ ਦੇ ਵਿੱਚ ਜਦੋਂ पंजाब च असीं सूरज की स्थिति देखांगे वो होर होएगी, अरुणाचल प्रदेश होर होगी, उत्थे 4 बजे सवेरे सूरज चढ़ जाता है, 3:30-4 बजे सूरज चढ़ता है अरुणाचल प्रदेश, तो फिर तो पंजाब का समा होर ते अरुणाचल का होर हो गया, ये तो समस्या खड़ी हो गई। चलो अज आपां इस समस्या का हल लभांगे भी किवें कीता जा सकदा, तो आपां समा रेखा ਉਹਦੇ बारे एक तो ये हो गया। एक जिहड़ी मैं कॉमनवैल्थ वाली गल कीती, वो कहता जी मैनूं एक मेरे दोस्त का फोन आ गया, अद्धी रात उन्हें ठा लिया, कहना मैं फोन सुनिया, मैं गुस्से हो गया, मैं तो सुता पिया सी, वो कहता साडे दा सवेर दा टाइम है, उत्थे सवेरा ते अपने रात दा टाइम किवें हो गया, ये तो समस्या खड़ी है, ये तो बहुत वड्डी गल हो गई है, किवें हो गया, चलो आज आपां हुण ये थोड़ी क्रिएटिविटी है कि तुसीं किस तरह, तो एक ही टॉपिक एक तो ज़्यादा तरीके नाल कराया जा सकता है, थोड़े ऊपर डिपेंड करता है। तो ये चीज़ आ गई, उसके बाद अपना अनाउंसमेंट ऑफ टॉपिक हो गया, जिहदे थोड़ा जिहा असीं स्टेटमेंट ला के लिंकिंग देती है, पर जिस तरह थोड़े टीचर्स ने किया उस तरीके नाल ही अनाउंसमेंट होएगी, जिवें तुसीं दस दित्ता कि अज आपां इहदे बारे पढ़ांगे हो गया। फिर प्रेजेंटेशन है, ਉਹਦੇ बारे लिख लिया आपां की प्रेजेंटेड विद द हेल्प ऑफ विद एक्टिव पार्टिसिपेशन ऑफ स्टूडेंट, या कुछ और लिखना चाਹੁੰਦੇ ਆ, कोई मैथड कई बार कुछ कोई हिंट लिख लेंगे या वो कर लो। उस तो बाद आप देखो एक्टिविटीज आ गई, ਇਹਦੇ ਵਿੱਚ सब टॉपिक ਦੇ ਵਿੱਚ लोकल टाइम लिखा हुआ है, स्टैंडर्ड टाइम लिखा हुआ है, ਉਹਦੇ ਬਾਰੇ ਦੱਸ ਦਿੱਤਾ कि लोकल टाइम बारे किवें समझाया जाएगा, बच्चे सुनणगे, और ਉਹਦੇ ਬਾਰੇ जिन्ना भी ਤੁਸੀਂ बोर्ड ਤੇ लिखा जा सकता है। और ये ਜਿਹੜਾ लोकल टाइम ਆਪਾਂ 12 ਵਜੇ ਦਾ ਸਮਾਂ ਦੱਸ ਰਹੇ ਹਾਂ, तो ये ਸਾਡੀ ਸੂਰਜ ਦੀ ਸਥਿਤੀ ਦੇ ਨਾਲ ਹੈ, ਸੂਰਜ ਜਦੋਂ ਬਿਲਕੁਲ ਸਿਰ ਤੇ ਹੋਵੇ, ਪਰ ਉਹ ਸਥਿਤੀ ਕਿਹੜੀ ਹੈ, ਉਹ ਸਥਿਤੀ ਉਹ ਹੈ ਜਿਹੜੀ ਭਾਰਤ ਦੀ ਸਮਾਂ ਰੇਖਾ ਲੱਗੀ ਮੰਨੀ ਗਈ। मैं अगे दस दिना कि
खैर चलो तो 82.5 डिग्री इलाहाबाद ਦੇ ਵਿੱਚ ਦੀ ਜਾਂਦੀ ਹੈ। ਹੁਣ ਮੈਂ ਹਿੰਟ ਦਿੱਤਾ ਸੀਗਾ श्रीलंका ਦਾ। श्रीलंका और ਭਾਰਤ ਦੀ ਇੱਕੋ ਹੀ ਸਮਾਂ ਰੇਖਾ ਹੈ 82.5 ਵਾਲੀ, ਔਰ ਉਹੀ श्रीलंका ਦੇ ਵਿੱਚ ਦੀ ਜਾਂਦੀ ਹੈ। ਇਸ ਕਰਕੇ ਭਾਰਤ ਔਰ श्रीलंका ਦੇ ਸਮੇਂ 'ਚ ਕੋਈ ਫਰਕ ਨਹੀਂ। तो ये आप उमें स्टैंडर्ड टाइम किमें कीता, लोकल टाइम किमें कीता, वो सारा बन गया। उमें ही आप पढ़ाते गए। एक साइड ते तुसी सब्जेक्ट मैटर लिख लिया, किते ट्रांसपेरेंसी दिखा दी, या किते तुसी अगर पीपीटी ते दिखा रहे हैं तो पीपीटी स्लाइड्स उहदे नाल मूव करते जाओगे, वो दिखाते जाओगे, जिथे कोई उदाहरण दिता जा सकता है। हुण एक गल होर नोट कर लेना कि ये जिहड़ी आपां लैसन प्लान बना के चले हैं, ये साडा एक मेन एक तरीका होता है जिहदे ते असीं पढ़ाउंदे हैं। पर ਇਹਦਾ मतलब ये नहीं होता कि किते भी लिखा गया होवे कि रिजिडली यही किते तुसीं गल करदे गए, डिस्कशन हो गई क्लास च, किसी बच्चे ने कोई उदाहरण दिता, तुहानूं लग्गिया कि रैलीवेंट है, तुसीं उत्थे कोट कर, कोई प्रॉब्लम नहीं। तुसीं लैसन प्लान सुबह दी लिख के चले, किते रस्ते च आउंदे कोई गल आ गई दिमाग च, तो तुसीं उहनूं कोट कर सकदे। एक आउटलाइन है, खरड़ा है जो असीं बना के चले। कोई गल करते हैं तो बड़ा कुछ निकलूगा। जो तुसीं क्लास च पढ़ाओगे, बच्चे कुछ कह देंगे। मैनूं एक गल याद आ रही है कि DPS स्कूल दे विच टीचर की सिलैक्शन सी, उन्हां दी सिलैक्शन का तरीका हो रहा है। मैनूं सोशल स्टडी दे विच उन्होंने बुला लिया सिलैक्शन वास्ते, और पिछे टेबल लगा के देता कि तुसीं उत्थे बैठना है, टीचर आओगे, पढ़ाउणगे, जाणगे, और जिन्हों तुसीं कहोगे असीं सिलैक्ट। टीचर आए, पढ़ा के जा रहे सी, मुंडा आया, बड़ा वधिया पढ़ा रहा सीगा, मैं पिछे देख बैठा होया देख रहा हूँ। उन्हें पढ़ाते हुए 1857 के रिवोल्ट की गल हो रही सी कि फेल क्यों होया, 1857 का विद्रोह कामयाब क्यों नहीं होया, ਉਹਦੇ कारण दसदे सी। ਉਹਦੇ कारण दसदे हुए उन्हें एक गल कह दी कि भारत के लोगों कोले तोपां नहीं सी, इस करके अंग्रेज़ां को हार गए। गल सही सी कि गलत सी? गल गलत भी नहीं सी, पर एक मुंडा खड़ा हो गया, उन्हें हथ खड़ा कर दिया। वो कहता हाँ जी, कहता जी तोपां तां भारत दे विच पावर लेके आया सी, पहली पानीपत की लड़ाई दे विच तोपां वरतियां गईयां सी, मुगल तां अपने नाल ले आए सी, भारत दे विच तोपां क्यों नहीं सी? हुण उहदे कोले जवाब नहीं सी। गल इन्नी सीगी कि तोपखाने ते कब्जा अंग्रेज सिपाहियां दा सी, ਜਿਹੜੇ ਵਿਦਰੋਹੀ ਸਿਪਾਹੀ ਭਾਰਤ ਵਾਲੇ ਸੀ, ਉਹਨਾਂ ਕੋਲੇ ਤੋਪਖਾਨੇ ਤੇ ਕਬਜ਼ਾ ਨਹੀਂ ਸੀ। ਗੱਲ ਇੰਨੀ ਸੀ, तो ਕਹਿਣ ਦੇ ਵਿੱਚ ਫਰਕ ਪੈ ਗਿਆ। ਬੱਚੇ ਨੇ ਉੱਠ ਕੇ ਗੱਲ ਕੀਤੀ, ਟੀਚਰ ਘਬਰਾ ਗਿਆ। तो ਕਿ ਜੇ ਕਿਤੇ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਜਾਂਦੀ, ਘਬਰਾਉਣਾ ਵੀ ਨਹੀਂ, ਉਹਨੂੰ ਥੋੜਾ ਜਿਹਾ ਆਪਣੇ ਤਰੀਕੇ ਨਾਲ ਜਦੋਂ ਤੁਸੀਂ ਇਹ ਕਰ ਰਹੇ ਹੈ ਕਿ ਗੱਲ ਕਰਦੇ ਜਾਓਗੇ, ਕਿਤੇ ਕੋਈ ਕੋਰਿਲੇਟ ਕਰਨਾ ਹੈ, ਕਿਤੇ ਕੋਈ ਉਦਾਹरण ਦੇਣਾ ਹੈ, किते ट्रांसपेरेंसी दिखानी है, हम सब कुछ कर लिया। तो ये देखो उस तरीके स्टैंडर्ड टाइम दस दिता, और वो स्टूडेंट्स को ग्रोथ के उपर जो टाइम जी है ना ग्रीन और उन्होंने दस दिता। जो असी उत्थे देखो -4 डिग्री पर latitude longitude when we move towards west, जे उत्तर वाल ਨੂੰ ਜਾਂਦੇ ਆ ਤਾਂ ਜਮਾ 4 डिग्री पर मिनट ਹੋਊਗਾ, ਦੱਖਣ ਵੱਲ ਨੂੰ ਜਾਂਦੇ ਪੂਰਬ ਵੱਲ ਨੂੰ ਜਾਂਦੇ ਆ ਤੇ ਪੱਛਮ ਵੱਲ ਨੂੰ ਜਾਂਦੇ ਆ, ਪੱਛਮ ਵੱਲ ਨੂੰ ਜਾਂਦੇ ਆ ਤਾਂ -2। ਹੁਣ ਜਿਹੜੇ ਦੇਸ਼ ਵੈਸਟ ਵਾਲੀ ਆਪਣੀ ਲਾਈਨ ਮੰਨਣਗੇ ਉੱਥੇ ਮਾਈਨਸ ਦੇ ਨਾਲ ਅਸੀਂ ਕੈਲਕੂਲੇਟ ਕਰਾਂਗੇ, ਜੇ ਈਸਟ ਵੱਲ ਨੂੰ ਮੰਨਣਗੇ ਤਾਂ ਆਪਾਂ ਪਲੱਸ ਨਾਲ, ਕਿਉਂਕਿ ਸੂਰਜ ਚੜ੍ਹਦਾ ਕਿੱਥੋਂ ਮੰਨਦੇ ਆ ਅਸੀਂ? पूरब। तो साडे भारत दे विच पहला सूरज चढ़ेगा, इंग्लैंड दे राज बाद च जाएगा, तो उधर का टाइम अपने को पीछे होगा, अपना उसको अगे। तो इस तरीके नाल कर लिया, मैप दिखाता, रोड दिखाता, और इस तरीके नाल टाइम का उन्होंने फॉर्मूला दसता कि किवें किवें करना है, ਉਹਦੇ बारे सारा है। और फिर कुछ कंट्रीज में तुसी डेट के नाम उन्होंने लिखते थे, जिवें अर्जेंटीना है या बहामास है या इस तरह के कंट्रीज में लिखते थे, उन्होंने ट्रांसपेरेंसी इधर दिखा दी, सेम चीज
ਅਗਰ ਬੱਚਿਆਂ ਨੇ ਨੋਟ ਕਰਨਾ ਹੈ ਤਾਂ ਉਹ ਕਰ ਲੈਣਗੇ, ਔਰ ਗ੍ਰੀਨ ਵਿੱਚ ਤੋਂ ਕਿੰਨਾ ਜਮਾ ਜਾਂ ਨਫੀ ਦੇ ਵਿੱਚ ਕਿੰਨਾ ਸਮਾਂ ਆਉਂਦਾ ਹੈ ਉਹ ਸਾਰਾ ਇਹਦੇ ਵਿੱਚ ਕੈਲਕੂਲੇਟ ਹੋ ਜਾਂਦਾ। ਹੁਣ ਇਸ ਤੋਂ ਬਾਅਦ ਆ ਇੱਕ ਨਵਾਂ ਇੱਥੇ ਹੋਰ ਗੱਲ ਲਾਸਟ ਤੇ ਜਿਹੜੀ ਲਗਾਈ ਗਈ ਹੈ ਇੰਟਰਨੈਸ਼ਨਲ ਡੇਟ। ਹੁਣ ਇਹ ਵੀ ਤੁਸੀਂ ਕਰ ਦਿੱਤੀ 180 ਡਿਗਰੀ ਗਲੋਬ ਤੇ ਸਮਝਾ ਦਿੱਤਾ, ਮੈਪ ਦੇ ਉੱਪਰ ਦਿਖਾ। ਫਿਰ ਤੁਸੀਂ ਮੈਪ ਨੂੰ ਡਿਸਪਲੇ ਕਰਕੇ ਕਿਸੇ ਬੱਚੇ ਨੂੰ ਬੁਲਾ ਕੇ ਕਹਿ ਸਕਦੇ ਕਿ ਦੇਖੋ ਜਿਹੜੀ ਤਾਂ ਸਮਾਂ ਰੇਖਾ ਹੈ 0 ਡਿਗਰੀ, ਉਹ ਤਾਂ ਸਿੱਧੀ ਜਾ ਰਹੀ ਹੈ, ਧਰੁਵਾਂ ਨੂੰ ਮਿਲਾ ਰਹੀ ਹੈ ਉੱਤਰੀ ਧਰੁਵ ਤੇ ਦੱਖਣੀ ਧਰੁਵ, ਪਰ ਜਿਹੜੀ ਡੇਟ ਲਾਈਨ ਹੈ ਉਹ ਸਿੱਧੀ ਨਹੀਂ ਜਾਂਦੀ। ਸਿੱਧੀ ਨਹੀਂ ਜਾਂਦੀ ਮਤਲਬ ਭਾਵ ਕੀ ਹੈ ਕਿ ਹੈ ਤਾਂ ਉਹੀ 180 ਦੋਨਾਂ ਜਗ੍ਹਾ ਤੇ ਜੋੜਨਾ ਹੈ, ਪਰ ਉਹ ਸਿੱਧੀ ਨਹੀਂ। ਉਹਦਾ ਕਾਰਨ ਕੀ ਹੈ ਇਹ ਬੱਚਿਆਂ ਨੂੰ ਪੁੱਛ ਲਓ, ਅਗਰ ਤਾਂ ਕੋਈ ਦੱਸਦਾ ਤਾਂ ਠੀਕ ਹੈ, ਨਹੀਂ ਤਾਂ ਉਹਨਾਂ ਨੂੰ ਖੁਦ ਦੱਸਣਾ ਹੈ ਤੁਸੀਂ, ਕਿਉਂਕਿ ਕਿਸੇ ਵੀ ਦੇਸ਼ ਦੇ ਵਿੱਚ ਦੀ ਸਮਾਂ ਰੇਖਾ ਤਾਂ ਲੰਘ ਸਕਦੀ ਹੈ, ਡੇਟ ਲਾਈਨ ਨਹੀਂ ਲੰਘ ਸਕਦੀ, ਕਿਉਂਕਿ ਡੇਟ ਲਾਈਨ ਨੂੰ ਕ੍ਰਾਸ ਕਰਨ ਦਾ ਮਤਲਬ ਹੈ ਕਿ ਦੂਸਰੇ ਪਾਸੇ ਦੂਸਰੀ ਡੇਟ ਹੋਏਗੀ, ਇੱਧਰ ਦੂਸਰੀ। तो किसी भी एक देश ਦੇ ਵਿੱਚ ਦੀ ਇੱਕ ਡੇਟ ਲਾਈਨ ਨਹੀਂ ਲੰਘ ਸਕਦੀ, ਲੰਘੇਗੀ ਤਾਂ ਇੱਕ ਡੇਟ ਚ ਦੇਸ਼ ਚ ਦੋ ਡੇਟ ਲਾਈਨ ਹੋਣਗੀਆਂ। ਤਾਂ ਗਲੋਬ ਦਿਖਾ ਕੇ ਤੁਸੀਂ ਦੱਸ ਸਕਦੇ ਹੋ ਉਹਨਾਂ ਨੂੰ ਕਿ ਜਿਹੜੀ ਇੱਕ ਵਿਚਾਲੇ ਜਾਂਦੀ ਹੋਈ ਉਸ ਪਾਥ ਦੇ ਵਿੱਚ ਅਗਰ ਕੋਈ ਕੰਟਰੀ ਆ ਗਿਆ ਤਾਂ ਉਹ ਜਾਂ ਤਾਂ ਇੱਧਰ ਆ ਕੇ ਉਹਨੇ ਨਿਕਲ ਕੇ ਦੁਬਾਰਾ ਆ ਜਾਣਾ ਜਾਂ ਉੱਧਰ ਕਰਕੇ ਉਹ ਦੇਸ਼ ਨੂੰ ਇੱਕ ਸਾਈਡ ਤੇ ਕਰ ਦੇਣਾ ਤਾਂ ਕਿ ਉਸ ਦੇਸ਼ ਦੇ ਵਿੱਚ ਪੂਰਾ ਦਾ ਪੂਰਾ ਇੱਕ ਸਮਾਂ ਰਹੇ। ਖੈਰ ਇਹਦੀ ਗੱਲ ਸੀਗੀ। ਇਸ ਤੋਂ ਬਾਅਦ ਜਿਹੜੀਆਂ ਰੀਕੈਲਕੂਲੇਸ਼ਨ ਆ ਗਈ और होमवर्क आ गया, ये उसे मुताबिक कुछ यूज कराए तो हम दे देना। तो ये आपका ਇਹਦੇ ਬਾਰੇ ਸੀਗਾ ਲੈਸਨ ਪਲਾਨ ਦੇ ਬਾਰੇ ਜਿੰਨਾ ਮੈਂ ਗੱਲ ਕਰਨੀ ਸੀਗੀ। ਬਸ ਇੱਕ ਐਂਡ ਤੇ ਇੱਕ ਹੀ ਗੱਲ ਕਹੂੰਗਾ ਕਿ ਜਦੋਂ ਤੁਸੀਂ ਟੀਚ ਕਰਦੇ ਆ ਪੜਾਉਂਦੇ ਆ ਨਾ, ਕਿਸੇ ਨੂੰ ਨਹੀਂ ਪੁੱਛਣ ਦੀ ਲੋੜ ਕਿ ਤੁਸੀਂ ਵਧੀਆ ਪੜਾਇਆ ਜਾਂ ਉਹਦਾ ਲੈਸਨ ਕਿਸੇ ਨੂੰ ਨਾ ਪੁੱਛੋ। ਤੁਸੀਂ ਸਿਰਫ ਆਪਣੇ ਆਪ ਨੂੰ ਪੁੱਛੋ ਕਿ ਜਦੋਂ ਤੁਸੀਂ ਗੇਟ ਤੋਂ ਐਂਟਰ ਕੀਤੇ ਸੀ ਪੜਾਇਆ, ਪੜਾ ਕੇ ਜਾਓ। ਜੇ ਤਾਂ ਤੁਸੀਂ ਖੁਸ਼ੀ ਨਾਲ ਜਾ ਰਹੇ ਹੋ ਕਿ ਜੋ ਕਰਨਾ ਚਾਹੁੰਦਾ ਸੀ ਮੈਂ ਕਰ ਲਿਆ, ਫਿਰ ਤਾਂ ਤੁਹਾਡਾ ਲੈਸਨ ਬਹੁਤ ਵਧੀਆ। ਤੇ ਜੇ ਤੁਹਾਨੂੰ ਬਾਹਰ ਜਾਂਦੇ ਹੋਏ ਲੱਗ ਰਿਹਾ ਕਿ ਵਾਕਈ ਥੋੜਾ ਜਿਹਾ ਇੱਥੇ ਆਹ ਚੀਜ਼ ਹੋਰ ਹੋ ਸਕਦੀ ਸੀ, ਇੱਥੇ ਕੁਝ ਹੋਰ ਕੀਤਾ ਜਾ ਸਕਦਾ ਸੀ, ਤਾਂ ਫਿਰ ਤੁਸੀਂ ਸਮਝ ਲਓ ਵੀ ਤੁਹਾਡਾ ਇੰਪਰੂਵਮੈਂਟ ਦੀ ਤਾਂ ਆਪਣੀ ਸੈਟੀਸਫੈਕਸ਼ਨ ਆਪਣੀ ਜ਼ਰੂਰੀ ਹੈ। ਬਾਕੀ ਉਹਨਾਂ ਨੇ ਮਾਈਕਰੋ ਲੈਸਨ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਹੋਣਾ ਕਿ ਜਿਵੇਂ ਆਪਾਂ ਕਿਤੇ ਭੰਗੜੇ ਦੇ ਵਿੱਚ ਉਹ ਸਟੈਪ ਕਾਊਂਟ ਕਰ ਲੈਂਦੇ ਆ ਨਾ ਪੜਾਉਂਦੇ ਹੋਏ ਵੀ ਤੁਸੀਂ ਸਟੈਪ ਕਾਊਂਟ ਕਿ ਤੁਹਾਡੇ ਕੋਲੇ ਸਪੇਸ ਕਿੰਨੀ ਹੈ, ਜਦੋਂ ਪੜਾਉਣਾ ਹੈ ਕਿਸ ਤਰ੍ਹਾਂ ਪੜਾਉਣਾ ਹੈ। ਕਿਉਂਕਿ ਇੱਥੇ ਜਦੋਂ ਅਸੀਂ ਬੀਐਡ ਕਰਦੇ ਸੀ ਮੈਨੂੰ ਯਾਦ ਹੈ ਸਕਿਲਿੰਗ ਟੀਚਿੰਗ ਹੁੰਦੀ ਸੀ ਤਾਂ ਉਹ ਜਦੋਂ ਲੈਸਨ ਹੁੰਦਾ ਸੀ ਨਾ ਟੀਚਰ ਇੱਕ ਪੇਜ ਲੈ ਕੇ ਬੈਠ ਜਾਂਦਾ ਸੀ ਔਰ ਉਹਨਾਂ ਨੇ ਪੇਜ ਪੂਰਾ ਭਰ ਦੇਣਾ 15 ਮਿੰਟ ਦੀ ਟੀਚਿੰਗ ਦੇ ਵਿੱਚ ਔਰ ਫਿਰ ਦੱਸਣਾ ਕਿ ਤੁਹਾਡੀਆਂ ਗਲਤੀਆਂ ਕੀ ਸੀ। ਤੁਸੀਂ ਗੱਲ ਕਰਦੇ ਹੋਏ ਉੱਧਰ ਦੇਖ ਰਹੇ ਸੀ ਜਦ ਕਿ ਤੁਸੀਂ ਗੱਲ ਇੱਥੇ ਕਰਨੀ ਆ। ਆਈ ਕੰਟੈਕਟ ਬੱਚਿਆਂ ਨਾਲ ਹੋਣਾ ਚਾਹੀਦਾ। ਇਹ ਗੱਲਾਂ ਕਿਤੇ ਤੁਸੀਂ ਕੋਈ ਗੱਲ ਕਹਿ ਰਹੇ ਸੀ ਤੇ ਤੁਹਾਡਾ ਫੇਸ ਐਕਸਪ੍ਰੈਸ਼ਨ ਮੈਚ ਨਹੀਂ ਕਰ ਰਿਹਾ ਸੀ। ਇੱਥੇ ਨਾ ਯੂਥ ਫੈਸਟੀਵਲ ਹੋਇਆ ਡੀਡੀ ਜੈਨ, ਕਾਫੀ ਪਹਿਲਾਂ ਦੀ ਗੱਲ ਹੈ, और जजेस बिठा देते गए। ਜਦੋਂ ਅਗਲੀ ਆਈਟਮ ਆਈ ਵਾਰ ਸਿੰਗਿੰਗ ਤਾਂ ਉਹੀ ਜजेस ਬਿਠਾ ਦਿੱਤੇ। ਇੱਕ ਲੜਕੇ ਨੇ ਜਾਂ ਲੜਕੀ ਮੈਨੂੰ ਹੁਣ ਯਾਦ ਨਹੀਂ ਹੈ, ਉਹਨੇ ਵਾਰ ਪੜ੍ਹੀ ਔਰ 2-3 ਕਮਿਸ਼ਨ ਬੈਠੇ ਸੀ ਆਡੀਅנס ਚੋਂ ਖੁਸ਼ ਹੋ ਕੇ ਉੱਠ ਕੇ ਆਏ ਸਟੇਜ ਤੇ, ਉਹਨਾਂ ਨੇ ਉਹਨੂੰ ਥਾਪੜਾ ਦਿੱਤਾ ਔਰ ਕਿਹਾ ਕਿ ਇਹ ਨਾ ਕਲਾ ਲੋਪ ਹੋ ਰਹੀ ਹੈ, ਤੁਸੀਂ ਸੰਭਾਲ ਕੇ ਰੱਖਣਾ, ਬਹੁਤ ਵਧੀਆ ਵਾਰ ਜਿਹੜੀ ਹੈ। ਪ੍ਰਾਈਜ਼ ਕੋਈ ਨਹੀਂ। ਉਹਨਾਂ ਨੂੰ ਬੜਾ ਦੁੱਖ ਹੋਇਆ, ਉਹ ਜਾ ਕੇ ਜजेस ਨੂੰ ਕਹਿੰਦੇ ਮਿਠਾਸ ਹੈ ਨਹੀਂ ਸੀ। ਉਹ ਕਹਿੰਦੇ ਵੀਰ ਦੱਸਦੀ ਕਵਿਤਾ 'ਚ ਮਿਠਾਸ ਨਹੀਂ ਹੁੰਦੀ, ਉਹਦੇ 'ਚ ਜੋਸ਼ ਹੁੰਦਾ ਹੈ। ਉਹ ਕਵਿਤਾ ਉਹ ਹੁੰਦੀ ਹੈ ਜਿਹੜੀ ਲੋਕਾਂ ਨੂੰ ਜਗ ਵਾਸਤੇ ਤਿਆਰ ਕਰਦੀ ਹੈ। ਤਾਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਤੁਹਾਡਾ ਫੇਸ ਐਕਸਪ੍ਰੈਸ਼ਨ ਉਹਦੇ ਨਾਲ ਮੈਚ ਕਰ ਰਿਹਾ ਕਿ ਨਹੀਂ। ਹੁਣ ਜਦੋਂ ਆਪਣੀ ਮੂਵਮੈਂਟ ਹੈ ਇੱਕ ਮੂਵਮੈਂਟ ਰੈਲੀਵੈਂਟ ਹੋਏਗੀ। ਤੁਸੀਂ ਬੋਰਡ ਤੇ ਲਿਖਣਾ, ਮੂਵ ਕਰਕੇ ਗਏ ਬੋਰਡ ਤੇ ਲਿਖ ਲਿਆ, ਆ ਕੇ ਖੜੇ ਹੋ ਗਏ। ਜਦੋਂ ਗੱਲ ਕਰਨੀ ਹੈ ਨਾ ਉਦੋਂ ਆਪਣੇ ਮਾਈਂਡ 'ਚ ਇੱਕ ਜਗ੍ਹਾ ਰੱਖਣੀ ਹੈ ਵੀ ਇਹ ਉਹ ਜਗ੍ਹਾ ਜਿੱਥੇ ਸਭ ਨਾਲ ਆਈ ਕੰਟੈਕਟ ਹੋ ਸਕੇ। ਅਕਸਰ ਤੁਸੀਂ ਦੇਖਿਆ ਹੋਊਗਾ ਟੀਚਰ ਨਾਲ ਦੇਖੇ ਐ ਪੜ੍ਹਦਾ ਇੱਧਰ ਨੂੰ ਬੇੜਾ ਕੱਢ ਲਿਆ, ਉੱਧਰ ਨੂੰ ਕਰ ਲਿਆ, ਉਹ ਇਰੈਲੇਵੈਂਟ ਜਿੰਨੀਆਂ ਤੁਹਾਨੂੰ ਮਾਈਕਰੋ ਦੇ ਵਿੱਚ ਦੱਸੀਆਂ ਗਈਆਂ ਉਹਨਾਂ ਗੱਲਾਂ ਨੂੰ ਖਿਆਲ ਰੱਖਣਾ, ਉਹ ਇਹ ਯਾਦ ਰੱਖਣਾ ਬਾਹਰ ਆ ਰਹੇ ਹੈ ਪੜ੍ਹਾ ਕੇ ਮਨ 'ਚ ਸੰਤੁਸ਼ਟੀ ਹੈ ਕਿ ਤੁਸੀਂ ਜੋ ਕਰਨਾ ਸੀ ਕਰ ਦਿੱਤਾ ਤਾਂ ਤੁਹਾਡੀ ਟੀਚਿੰਗ ਬਹੁਤ ਇਫੈਕਟਿਵ ਚੀਜ਼ ਸੀ, ਚਾਹੇ ਕਿਸੇ ਨੂੰ ਪੁੱਛ ਕੇ ਆਓ। ਤੇ ਜੇ ਬਾਹਰ ਆਉਂਦੇ ਹੋਏ ਮਨ ਦੇ ਵਿੱਚ ਵਿਚਾਰ ਆ ਗਿਆ ਕਿ ਹਾਂ ਇੱਥੇ ਥੋੜਾ ਜਿਹਾ ਹੋਰ ਪੋਸੀਬਿਲਿਟੀ ਸੀ, ਤਾਂ
ਇੰਪਰੂਵਮੈਂਟ ਦੀ ਸੰਭਾਵਨਾ ਹਮੇਸ਼ਾ ਹੈ। ਥੈਂਕ ਯੂ। ਕੁਛ ਕਿਸੇ ਨੇ ਕੋਈ ਗੱਲ ਕਰਨੀ ਹੈ, ਕੋਈ ਸਵਾਲ ਕਿਸੇ ਦਾ ਹੋਵੇ? ਹਾਂਜੀ। ਸਬਜੈਕਟ ਮੈਟਰ ਨੂੰ ਉਨਾ ਹੀ ਲੈਣਾ। ਤੁਸੀਂ ਬਹੁਤ ਵੱਡਾ ਹੈ ਨਾ, ਇੱਕ ਲੈਸਨ 4 ਦਿਨਾਂ ਚ ਪੜ੍ਹਾ ਸਕਦੇ ਹਾਂ, 4 ਚ ਪੜ੍ਹਾ। ਸਿਲੈਕਟ ਦ ਸਬਜੈਕਟ ਮੈਟਰ ਔਨ ਦ ਬੇਸਿਸ ਆਫ ਟਾਈਮ। ਇਹ ਨਹੀਂ ਹੋਣਾ ਚਾਹੀਦਾ ਕਿ ਤੁਹਾਡੀ ਫੈਲ ਹੋ ਗਈ, ਤੁਹਾਡਾ ਹੋਮਵਰਕ ਤੇ ਨਹੀਂ ਪਹੁੰਚਿਆ। ਦਿਸ ਯੂ ਕੈਨ ਡੂ ਬਾਈ ਯੋਰ ਐਕਸਪੀਰੀਅੰਸ। ਇੱਕ ਅੱਧੇ ਦਿਨ ਕੋਈ ਪ੍ਰੋਬਲਮ ਆਏਗੀ, ਅਲਟੀਮੇਟਲੀ ਯੂ ਵਿਲ ਬੀ ਏਬਲ ਟੂ ਡਿਸਾਈਡ। तो ਅਕਸਰ ਅਸੀਂ ਇਹ ਕਹਿੰਦੇ ਹਾਂ ਕਿ ਜੇ 35 ਮਿੰਟ ਦਾ ਹੈ ਨਾ ਤਾਂ 30 ਮਿੰਟ ਦਾ ਕਰਾਓ, ਕਿਉਂਕਿ 5 ਮਿੰਟ ਤੁਹਾਡੇ ਨਾ ਇੱਧਰ ਉੱਧਰ ਜਾਂਦੇ ਆ। ਤੁਸੀਂ ਤਾਂ ਹਰ ਕਲਾਸ ਕਿਸੇ ਨੇ ਜਾ ਕੇ ਅਟੈਂਡੈਂਸ ਵੀ ਲੈਣੀ ਹੈ, ਹੋਮਵਰਕ ਬਾਰੇ ਵੀ ਗੱਲ ਕਰਨੀ ਹੈ, ਤਾਂ ਉਹਨਾਂ ਕਰ ਲਓ। ਇਹ 1-2 ਦਿਨ ਤੋਂ ਐਕਸਪੀਰੀਅੰਸ ਤੋਂ ਬਾਅਦ ਯੂ ਵਿਲ ਬੀ ਏਬਲ ਟੂ ਡੂ। ਬਟ ਓਨਲੀ ਥਿੰਗ ਇਜ਼ ਡੋਂਟ ਸਟਾਰਟ ਇਟ ਲਾਈਕ ਵੀ ਟੇਕ ਦ ਟੌਪਿਕ, ਦ ਲੈਸਨ, the topic of the lesson as your topic. If you take it, then it will be a problem. Like we have democracy, media, and एक topic है, तो what in one period you can take democracy, then you can go for media. या अगर बड़ी क्लास ਦੇ ਵਿੱਚ democracy ਵੱਡਾ है, तो then you can ਉਹਨੂੰ ਵੀ ਤੋੜ ਕੇ 2 part, it can be part 1 and part 2. और एक ਗੱਲ ਦਾ ਖਿਆਲ ਰੱਖਣਾ ਕਿ then ਬੈਠੋ ਕੋਈ ਗੱਲ ਨਹੀਂ, ਅਗਰ 2 ਕੁਐਸਚਨ ਹੋਏਗਾ ਨਾ ਜਦੋਂ ਤੁਸੀਂ ਸਟਾਰਟ ਕਰਦੇ ਹੋ ਨਾ, ਜਿਵੇਂ ਆਪਾਂ ਪੀਕੇ ਟੈਸਟਿੰਗ ਦੀ ਗੱਲ ਕਰਦੇ ਆ, ਪ੍ਰੀਵੀਅਸ ਨੌਲੇਜ ਅਸਿਊਮ। ਜਦੋਂ ਤੁਸੀਂ ਇੱਕ ਲੈਸਨ ਨੂੰ 4 ਭਾਗਾਂ 'ਚ ਵੰਡ ਲਿਆ, ਜਿਹੜਾ ਪਹਿਲੇ ਦਿਨ ਪੜਾਇਆ ਨਾ, ਫॉर द ਨੈਕਸਟ ਡੇ ਇਟ ਬਿਕਮਸ ਪ੍ਰੀਵੀਅਸ ਨੌਲੇਜ ਅਸਿਊਮ, ਬਿਕॉज़ you have already taught and then you can link it with the next subtopic and you can, बस only thing is you just select the subject matter on the basis of the time allotted। और ये एक्सपीरियंस ਨਾਲ ਆ ਜਾਂਦਾ। ਕਈ ਵਾਰ ਇਹ ਹੋ ਜਾਂਦਾ ਕਿ ਅਸੀਂ ਥੋੜਾ ਜਿਹਾ ਇੱਕ ਦਿਨ ਥੋੜਾ ਜਲਦੀ ਖਤਮ ਹੋ ਗਿਆ, ਜਾਂ ਇੱਕ ਦਿਨ ਥੋੜਾ ਜਿਹਾ ਚੱਲਿਆ ਗਿਆ, 1-2 ਦਿਨ ਬਾਅਦ ਸਾਨੂੰ ਐਕਸਪੀਰੀਅੰਸ ਜਦੋਂ ਅਸੀਂ ਜਾਂਦੇ ਹਾਂ, ਉਸ ਤੋਂ ਬਾਅਦ ਉਹ ਹੋਣਾ ਸ਼ੁਰੂ ਹੋ ਜਾਂਦਾ। ਕਈ ਵਾਰ ਕੀ ਹੈ, ਮੈਂ ਆਪਣਾ ਐਕਸਪੀਰੀਅੰਸ ਦੱਸਦਾ ਹਾਂ ਸੇਮ ਇਹਦੇ ਉੱਪਰ। ਡੀਐਮ ਕਾਲਜ ਆਫ ਐਜੂਕੇਸ਼ਨ ਮੋਗਾ ਦੇ ਵਿੱਚ ਮੈਂ 97 ਚ ਪੜਾਉਣਾ ਸ਼ੁਰੂ ਕਰ ਦਿੱਤਾ ਸੀ। ਤੋਂ 97 ਦੀ ਐਡਮਿਟ ਹੋਗਾ ਡੀਐਮ ਕਾਲਜ। ਉੱਥੇ ਕੀ ਹੁੰਦਾ, ਅੱਜ ਵੀ ਉੱਥੇ ਇਹੀ ਚੀਜ਼ ਹੈ। ਲੜਕੀਆਂ ਦੇ ਸੈਕਸ਼ਨ ਹੁੰਦੇ ਆ A1 A2 A3, ਲੜਕਿਆਂ ਦੇ ਹੁੰਦੇ ਆ B1 B2 B3। ਉੱਪਰ ਲੜਕਿਆਂ ਦੇ ਹੁੰਦੇ ਆ ਨੀਚੇ। ਔਰ ਇੱਕ ਟੀਚਰ ਨੂੰ ਜਦੋਂ ਫਿਲਾਸਫੀ ਮਿਲਦੀ ਹੈ ਜਾਂ ਸਾਈਕੋਲੋਜੀ ਮਿਲਦੀ ਹੈ, ਉਹਨੂੰ 2 ਸੈਕਸ਼ਨ ਮਿਲਦੇ। ਹੁਣ ਉੱਥੇ ਕੀ ਹੁੰਦਾ ਸੀਗਾ, ਜਿਹੜਾ ਲੜਕਿਆਂ ਦਾ ਸੈਕਸ਼ਨ ਹੁੰਦਾ ਸੀ, ਮੈਂ ਹੁਣ ਵੀ ਮਾਲਵਾ 'ਚ ਪੜਾਉਂਦਾ ਇਹੀ ਗੱਲ ਕਰਦਾ ਹਾਂ, ਕੁੜੀਆਂ ਸਵਾਲ ਨਹੀਂ ਪੁੱਛਦੀਆਂ। ਬੜੀ ਖੁਸ਼ੀ ਹੋਈ ਕਿ ਤੁਸੀਂ ਸਵਾਲ ਪੁੱਛੇ। ਕੁੜੀਆਂ ਸਵਾਲ ਨਹੀਂ ਪੁੱਛਦੀਆਂ, ਕਿਉਂਕਿ ਜੇ ਤੁਸੀਂ ਸਵਾਲ ਨਹੀਂ ਪੁੱਛਦੇ, ਮੇਰਾ ਵਰਗਾ ਹੁੰਦਾ ਹੈ ਪੜਾ ਕੇ ਚਲਿਆ ਜਾਂਦਾ। 22-25 ਸਾਲ ਹੋ ਗਏ ਪੜਾਉਂਦੇ ਨੂੰ, ਹੁਣ ਤਾਂ ਇਹ ਟਿਪਸ ਤੇ ਹੁੰਦੀ। ਪਰ ਜੇ ਤੁਸੀਂ ਸਵਾਲ ਪੁੱਛੋਗੇ, ਮੇਰੇ ਵਰਗਾ ਵੀ ਸੋਚ ਕੇ ਆਊਗਾ ਕਿ ਬੱਚਾ ਤਾਂ ਕੁੜੀਆਂ ਸਵਾਲ ਨਹੀਂ ਪੁੱਛਦੀਆਂ। ਉਹਨਾਂ ਦਾ ਇੱਕ ਵਾਰ ਪੜਾਉਣਾ ਸ਼ੁਰੂ ਕੀਤਾ, ਟੌਪਿਕ ਹੈ ਸਮੂਥਲੀ ਲੰਘ ਜਾਣਾ। ਪਰ ਮੁੰਡਿਆਂ ਦੇ ਉੱਤੇ ਮੈਨੂੰ ਯਾਦ ਹੈ ਕਨਸੈਪਟ ਆਫ ਗੋਡ ਤੇ ਹੀ ਆ ਕੇ ਇੰਨੀ ਖਲਾਰਾ ਪੈਂਦਾ ਸੀ ਨਾ। ਇੱਕ ਵਾਰ ਕੀ ਹੋ ਗਿਆ, ਇੱਕ ਜਣਾ ਸਾਰੀ ਕਲਾਸ ਕਹਿੰਦੀ ਹੈਗਾ ਵਾ, ਇੱਕ ਕਹਿੰਦਾ ਹੈ ਨਹੀਂ। 2 ਦਿਨ ਦੀ ਡਿਸਕਸ਼ਨ ਹੋਈ, ਤੀਸਰੇ ਦਿਨ ਜਾ ਕੇ ਉਹ ਮੰਨ ਗਿਆ, ਕਹਿੰਦਾ ਹੈਗਾ। ਮੈਂ ਤਾਂ ਕਹਿੰਦਾ ਡਿਸਕਸ਼ਨ ਹੀ ਕਰਾਉਣੀ ਸੀ, ਜਿੱਦਾਂ ਇਹ ਬਿਨਾਂ ਡਿਸਕਸ਼ਨ। ਪਰ ਉਹ ਤੁਹਾਡੀ ਕਲਾਸ ਤੇ ਵੀ ਡਿਪੈਂਡ ਕਰਦਾ, ਕਿੰਨਾ ਸਵਾਲ ਪੁੱਛਣਗੇ, ਕਿਸ ਤਰ੍ਹਾਂ ਦੇ ਬੱਚੇ ਆ। ਜਿਹਦਾ ਤੁਹਾਡਾ ਇਸੇ ਕਰਕੇ ਕਹਿੰਦੇ ਨੇ ਲੈਕਚਰ ਮੈਥਡ ਇਜ਼ ਮੋਸਟ ਇਫੈਕਟਿਵ ਬਿਕॉज़ ਯੂ ਆਰ ਏਬਲ ਟੂ ਕੰਪਲੀਟ ਦ ਸਿਲੇਬਸ ਔਨ ਟਾਈਮ। ਬਟ ਉਹਦੇ ਵਿੱਚ ਵੀ ਜਿਵੇਂ ਪੁੱਛੋਗੇ, ਪਰ ਉਹ ਐਕਸਪੀਰੀਅੰਸ ਨਾਲ ਬੜਾ ਇੰਪੋਰਟੈਂਟ ਕੁਐਸਚਨ ਸੀਗਾ। ਯਾਦ ਰੱਖਣਾ ਇਸ ਗੱਲ ਨੂੰ ਕਿ ਜਦੋਂ ਤੁਸੀਂ ਜਾਓਗੇ, ਟਾਈਮ ਜ਼ਰੂਰ ਧਿਆਨ ਚ ਰੱਖਣਾ, ਕਿੰਨੇ ਮਿੰਟ। ਹਾਂਜੀ, ਕੋਈ ਹੋਰ? ਇਹਦੇ ਵਾਸਤੇ ਵੀ ਕੋਈ ਫਿਕਸਡ ਐਸੀ ਗੱਲ ਨਹੀਂ ਹੈ, ਬਟ ਅਗੇਨ ਟਾਈਮ ਦਾ ਖਿਆਲ ਰੱਖਣਾ। ਬਟ ਇਟ ਸ਼ੁਡ ਨਾਟ ਬੀ ਟੂ ਲੌਂਗ। 3-4 ਕੁਐਸਚਨ ਤੇ ਅਗਰ ਹੋ ਗਿਆ ਤਾਂ ਦੈਟ ਇਜ਼, ਕਈ ਵਾਰ ਐਵੇਂ 5-6 ਕੁਐਸਚਨ ਪੁੱਛੀ ਜਾਂਦੇ ਆ, 10 ਮਿੰਟ ਵੀ ਅਗਰ ਉਹਦੇ ਉੱਪਰ 5 ਮਿੰਟ ਤੋਂ ਵੀ ਜ਼ਿਆਦਾ ਲੱਗ ਗਏ ਤਾਂ ਜ਼ਿਆਦਾ ਹੋ ਗਿਆ। ਤਾਂ ਉਹ 1-2 ਮਿੰਟ ਡਿਪੈਂਡਸ ਅਪਨ ਦ ਕੁਐਸਚਨਸ। 2-3-4 ऐसी कोई लिमिट नहीं है, ऐसी कोई हार्ड एंड फास्ट रूल नहीं है, बट इट शुड बी दैट विद इन द टाइम 1-2 मिनट, क्योंकि अदरवाइज वो टाइम थोड़ा दूसरा जो पार्ट है ना उसके विच है। और कोई? ठीक है, थैंक यू।
ਧੰਨਵਾਦ ਡਾਕਟਰ ਸਾਹਿਬ। ਸ਼ੁਰੂ ਤੋਂ ਲੈ ਕੇ ਆਬਜੈਕਟਿਵਸ ਕਿੱਦਾਂ ਫਰੇਮ ਕਰਨੇ ਨੇ, ਮੈਥਡੋਲੋਜੀ ਕੀ ਹੋਣੀ ਚਾਹੀਦੀ ਆ, ਪੀਕ ਟੈਸਟਿੰਗ, ਉਸ ਤੋਂ ਬਾਅਦ ਬੋਡੀ ਆਫ ਦਾ ਲੈਸਨ ਪਲਾਨ ਕਿਸ ਤਰ੍ਹਾਂ ਬਣਾਉਣੀ ਆ, ਅਲੱਗ-ਅਲੱਗ ਫਾਰਮੈਟਸ, ਰੀਕੈਪਚੁਲੇਸ਼ਨ, ਅਸਾਈਨਿੰਗ ਦਾ ਹੋਮਵਰਕ, ਔਰ ਉਸ ਤੋਂ ਬਿਨਾਂ ਜਿਹੜੇ ਕੁਐਸਚਨਸ ਹਾਲੇ ਤਾਂ ਸ਼ੁਰੂਆਤ ਹੋਈ ਆ, ਤੁਹਾਡੇ ਕੁਐਸਚਨ ਮਾਈਂਡ 'ਚ ਆ ਰਹੇ ਨੇ। ਜਦੋਂ ਅਸਲ ਦੇ ਵਿੱਚ ਪਹਿਲੇ ਦਿਨ ਤੁਸੀਂ ਜਾ ਕੇ ਪੜ੍ਹਾਓਗੇ ਤਾਂ ਬਹੁਤ ਸਾਰੇ ਵਿਦਿਆਰਥੀ ਇਹ ਨਹੀਂ ਪਤਾ ਲੱਗਦਾ ਕਿ ਲੈਸਨ ਕਦੋਂ ਸ਼ੁਰੂ ਕਰਨਾ ਸੀ। ਉਹ ਪੀਕੇ ਟੈਸਟਿੰਗ ਦੇ ਕੁਐਸਚਨ ਦੇ ਵਿੱਚ ਉਲਝਦੇ ਤੇ ਉਹਨਾਂ ਦੇ ਆਨਸਰ ਦਿੰਦੇ 35-40 ਮਿੰਟ ਲੰਘ ਜਾਂਦੇ ਨੇ। ਫਿਰ ਦੱਸੀਦਾ ਵੀ ਭਾਈ ਤੁਸੀਂ ਟੌਪਿਕ ਕੀ ਲਿਆ, ਉਹ ਸਰ ਡੇ 1 ਸੀ, ਟੌਪਿਕ ਲਿਖਣਾ ਭੁੱਲ ਗਏ। ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਬੇਟਾ, ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਬਾਹਰ ਦਾ, ਇਹ ਜਿਹੜੇ ਯੂਨੀਵਰਸਿਟੀ ਨੇ 15 ਦਿਨ ਤੁਹਾਡੇ ਲਗਾਏ ਨੇ, ਇਹ ਇਸੇ ਕੰਮ ਲਈ ਆ। ਔਰ ਮੈਨੂੰ ਲੱਗਦਾ ਵੀ ਅਸੀਂ ਸਫਲ ਹੋ ਰਹੇ ਹਾਂ, ਕਿਉਂਕਿ ਬੱਚਿਆਂ ਨੇ ਹੁਣ ਸੋਚਣਾ ਸ਼ੁਰੂ ਕਰ ਦਿੱਤਾ ਕਿ ਪੀਕੇ ਟੈਸਟਿੰਗ ਨੂੰ ਕਿੰਨੇ ਮਿੰਟ ਚਾਹੀਦੇ ਨੇ, ਲੈਸਨ ਪਲਾਨ ਕਿੰਨੇ ਮਿੰਟ ਦਾ ਹੋਣਾ ਚਾਹੀਦਾ। ਕੱਲ੍ਹ ਵੀ ਇਹ ਗੱਲ ਹੋ ਰਹੀ ਸੀ ਕਿ ਮੈਥ ਦੇ ਵਿੱਚ ਸੀ ਇੱਕ ਥਿਊਰਮ ਦਿੱਤੀ ਹੋਈ ਆ ਤੇ ਐਕਸਰਸਾਈਜ਼ਾਂ 4 ਦਿੱਤੀਆਂ ਹੋਈਆਂ ਨੇ। ਅਸੀਂ ਕਿਵੇਂ ਕਰੀਏ, ਹਰੇਕ ਲੈਸਨ ਪਲਾਨ ਪੂਰੇ ਥਿਊਰੀ ਲਾਈਏ ਜਾਂ ਕੁਐਸਚਨਸ ਦੇ ਲੈਸਨ ਪਲਾਨ ਬਣਾਈਏ। ਉਹ ਹਰੇਕ ਸਬਜੈਕਟ ਦੇ ਅਲੱਗ-ਅਲੱਗ ਤਰ੍ਹਾਂ ਦੇ ਕੁਐਸਚਨਸ ਖੜੇ ਹੋ ਜਾਂਦੇ ਨੇ। ਤੋ ਡਾਕਟਰ ਸਾਹਿਬ ਤੁਸੀਂ ਬਹੁਤ ਸੋਹਣੇ ਢੰਗ ਨਾਲ ਦੱਸਿਆ। ਮੈਨੂੰ ਉਮੀਦ ਆ ਕਿ ਸਾਰੇ ਵਿਦਿਆਰਥੀਆਂ ਨੂੰ ਬਹੁਤ ਸਮਝ ਲੱਗਿਆ ਬੇਟਾ ਸਾਰਿਆਂ ਨੂੰ? ਯੈਸ ਸਰ, ਇੱਧਰੋਂ ਵੀ ਨਹੀਂ ਆਇਆ। ਹਾਂਜੀ, ਬॉयਜ਼ ਵਾਲੀ ਸਾਈਡ ਤੋਂ ਸਾਰੇ ਤੁਹਾਡੀ ਪ੍ਰੇਜ਼ ਵੀ ਕੀਤੀ। ਬੋਲੋ, ਸਮਝ ਲੱਗੀ? ਯੈਸ ਸਰ। ਸਮਝ ਲੱਗੀ ਪਰ ਹਜੇ ਪਿੱਛੇ ਬੈਠੇ ਸੀ। ਬੇਟਾ ਜੋ ਲੈਸਨ ਪਲਾਨ ਸਰ ਨੇ ਤੁਹਾਨੂੰ ਦਿਖਾਇਆ ਸੀ, ਹੁਣ ਉਹ ਲੈਸਨ ਪਲਾਨ ਤੁਹਾਨੂੰ ਡਿਸਟ੍ਰੀਬਿਊਟ ਕੀਤਾ ਜਾਏਗਾ। ਤੁਸੀਂ ਉਹਨੂੰ ਦੇਖ ਕੇ ਆਪਣੇ ਆਪਣੇ ਸਬਜੈਕਟ ਦਾ ਇੱਕ ਲਾਈਨ ਵਾਲੇ ਇੱਕ ਲੈਸਨ ਪਲਾਨ ਬਣਾ ਲਓ। ਤੁਹਾਨੂੰ 5 ਤੋਂ 7 ਜਾਂ 10 ਮਿੰਟ ਮਿਲਣਗੇ। ਉਸ ਤੋਂ ਬਾਅਦ ਸਾਰੇ ਇੱਕ ਰਾਊਂਡ ਲੈ ਕੇ ਉਹ ਚੈੱਕ ਕਰ ਲੈਣਗੇ। ਉਸ ਤੋਂ ਬਾਅਦ ਆਪਾਂ ਵਿਦਾਈ ਕਰਾਂਗੇ। ਠੀਕ ਹੈ ਸਰ, 5-7 ਮਿੰਟ।